ਬੀਬੀ ਜਗੀਰ ਕੌਰ ਨੇ ਤੁਹਾਡੇ ਤੇ ਵੱਡੇ ਇਲਜ਼ਾਮ ਲਾਏ ਨੇ। ਉਹਨਾਂ ਨੇ ਕਿਹਾ ਵੀ ਸਿਕੰਦਰ ਸਿੰਘ ਮਲੂਕਾ ਨੇ ਡੇਰਾ ਸੱਚਾ ਸੌਦਾ ਦੇ ਜਿਹੜੇ ਪ੍ਰਮੁੱਖ ਨੇ ਉਹਨਾਂ ਨੂੰ ਮਾਫੀ ਦਵਾਈ। ਹਾਰ ਕੇ ਚੋਣ ਦੇ ਵਿੱਚ ਬਖਲਾ ਗਏ ਨੇ ਬੀਬੀ ਜੀ। ਪਰ ਮਲੂਕਾ ਸਾਹਿਬ ਤੁਹਾਡਾ ਨਾਮ ਹੀ ਕਿਉਂ? ਵੈਸੇ ਤਾਂ ਜਿਨ੍ਹਾਂ ਨੇ ਕੋਈ ਪਾਰਟੀ ਲਈ ਕਦੇ ਕੀਤਾ ਨਾ ਹੋਵੇ ਤੇ ਉਹਨਾਂ ਨੂੰ ਤਾਕਤ ਅਥਾਹ ਮਿਲ ਜਾਂਦੀ ਹੈ, ਉਹ ਬੰਦੇ ਫਿਰ ਪੈਰ ਛੱਡ ਜਾਂਦੇ। ਪਾਰਟੀ ਲਈ ਬੀਬੀ ਜਗੀਰ ਕੌਰ ਨੇ ਕੀਤਾ ਕੀ ਹੈ? ਅਸੀਂ ਤਾਂ ਜਿਹੜਾ ਕੱਟੀਆਂ ਡਾਂਗਾਂ ਖਾਧੀਆਂ, ਆਪਦੀ ਕੁੜੀ ਦੀ ਖਾਤਰ ਤਾਂ ਜੇਲ੍ਹ ਕੱਟੀ ਆ। ਉਹ ਦੱਸੇ ਕਿਹੜੀ ਕੱਟੀ ਸੀ ਤੁਸੀਂ? ਤੇ ਇੱਕ ਧੜਾ ਅਕਾਲੀ ਦਲ ਦਾ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਵੀ ਕਹਿ ਰਿਹਾ ਵੀ ਬੀਬੀ ਨੇ ਬਹੁਤ ਵੱਡਾ ਮਾਰਕਾ ਮਾਰ ਲਿਆ, 42 ਸੀਟਾਂ ਲੈ ਗਏ, ਬਾਦਲਾਂ ਦਾ ਤਖਤ ਹਿਲਾਤਾ। ਬਾਦਲਾਂ ਦਾ ਤਖਤ ਨਹੀਂ ਹੈਗਾ, ਤਖਤ ਅਕਾਲੀ ਦਲ ਦਾ। 4-5 ਵੋਟਾਂ ਸਾਡੀਆਂ, ਇਹ ਪਤਾ ਨਹੀਂ ਹੁਣ ਕਿਹੜੀਆਂ ਕਰ ਗਈਆਂ। ਉਹ ਕੋਈ ਪਰ ਬਹੁਤ ਲੋਕ ਕਹਿ ਰਹੇ ਨੇ ਵੀ ਜਿਹੜੀਆਂ 4 ਵੋਟਾਂ ਤੁਹਾਡੇ ਹੀ ਕਿਸੇ ਵੱਡੇ ਲੀਡਰ ਨੇ ਮਾਝੇ ਦੇ ਨੇ ਬੀਬੀ ਜੀ ਨੂੰ ਪਵਾ ਦਿੱਤੀਆਂ। ਬੀਬੀਆਂ ਨੇ ਵੀ ਐਸਜੀਪੀਸੀ ਚੋਣ ਦੇ ਵਿੱਚ ਗੁੱਸਾ ਕਰਿਆ। ਉਹਨਾਂ ਨੇ ਬਾਹਰ ਆ ਕੇ ਆਪਣਾ ਜ਼ਾਹਰ ਕਰਿਆ ਵੀ ਸਾਨੂੰ ਕਿਤੇ ਵੀ ਨੁਮਾਇੰਦਗੀ ਨਹੀਂ ਦਿੱਤੀ, ਖਾਸ ਕਰਕੇ ਹਰਜਿੰਦਰ ਕੌਰ ਚੰਡੀਗੜ੍ਹ ਵੱਲੋਂ ਤੇ ਪਰਮਜੀਤ ਕੌਰ ਲਾਂਡਰਾਂ ਵੱਲੋਂ। ਉਹਨਾਂ ਨੇ ਪੂਰਾ ਡਟ ਕੇ ਵਿਰੋਧ ਕੀਤਾ। ਦੇਖੋ, ਉਹ ਅੰਦਰਲੇ ਬੰਦਿਆਂ ਦਾ ਕਸੂਰ ਹੈ। ਜਿਹੜੀ ਬੀਬੀ ਹਰਜਿੰਦਰ ਕੌਰ ਦਾ ਨਾਂ 2 ਨੰਬਰ ਤੇ ਲਿਸਟ ਦੇ ਵਿੱਚ ਪਾਇਆ ਵਾ ਸੀ, ਜਿਹੜੀ ਐਗਜ਼ੈਕਟਿਵ ਦੀ ਲਿਸਟ ਹੈ, ਮੈਂ ਦੱਸ ਦਿੰਦਾ ਤੁਹਾਡੇ ਕੋਲੇ, ਉਹ ਨਹੀਂ ਸੀ ਕੱਟਣਾ ਚਾਹੀਦਾ। ਪਰ ਮਲੂਕਾ ਸਾਹਿਬ, ਬਹੁਤ ਸਾਰੇ ਲੋਕਾਂ ਦੀ ਇਹ ਵੀ ਆਪੱਤੀ ਰਹੀ ਆ ਵੀ ਜਿੱਦਾਂ ਦਾ ਪ੍ਰੈਸ ਕਾਨਫਰੰਸ 'ਚ ਬੋਲਿਆ ਗਿਆ, ਖਾਸ ਕਰਕੇ ਮਹੇਸ਼ਿੰਦਰ ਗਰੇਵਾਲ ਵੱਲੋਂ, ਵੀ ਉਹੋ ਜਿਹੀ ਭਾਸ਼ਾ ਅਕਾਲੀ ਦਲ ਦੇ ਲੀਡਰ ਨੂੰ ਨਹੀਂ ਬੋਲਣੀ ਚਾਹੀਦੀ। ਤੁਸੀਂ ਆਪਾਂ ਜਦੋਂ ਪਿਛਲੀ ਵਾਰ ਮਿਲੇ ਸੀ, ਤੁਸੀਂ ਇੱਕ ਗੱਲ ਬਹੁਤ ਸਾਫ਼ ਤਰੀਕੇ ਨਾਲ ਕਹੀ ਸੀ। ਤੁਸੀਂ ਹੋਰ ਵੀ ਬਹੁਤ ਟੀਵੀ ਚੈਨਲਾਂ ਤੇ ਕਹੀ ਹੈ ਇਹ ਗੱਲ ਵੀ ਸੁਖਬੀਰ ਸਿੰਘ ਬਾਦਲ ਵੀ ਤਿਆਰ ਨੇ ਵੀ ਮੈਥੋਂ ਲੈ ਲਓ ਪ੍ਰਧਾਨਗੀ, ਹੋਰ ਕੋਈ ਸਾਂਭ ਲਓ। ਹੁਣ ਕਰਨੈਲ ਸਿੰਘ ਪੰਜੋਲੀ ਨੇ ਆਪਦਾ ਦਾਅਵਾ ਪੇਸ਼ ਕਰ ਦਿੱਤਾ ਹੈ ਕਿ ਪੰਜੋਲੀ ਦੀਆਂ ਲੱਤਾਂ ਭਾਰ ਚੱਲਦੀਆਂ। ਪੰਜੋਲੀ ਮੈਂਬਰ ਆ ਵਰਕਿੰਗ ਕਮੇਟੀ ਦਾ, ਤੇ ਬੁਲਾ ਲੈ ਵਰਕਿੰਗ ਕਮੇਟੀ। ਜੇ ਉਹਦੇ ਹੱਕ 'ਚ ਵੋਟਾਂ ਪੈ ਗਈਆਂ ਤਾਂ ਫਿਰ ਉਹ ਬਣ ਜੇ, ਕੋਈ ਠਾਉਂਦਾ ਫਿਰ ਬਣ ਜੇ ਪ੍ਰਧਾਨ। ਉਹਨੂੰ ਜਗਮੀਤ ਸਿੰਘ ਬਰਾੜ ਤੇ ਕਾਰਵਾਈ ਹੋਊਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ। ਅਕਾਲੀ ਦਲ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਖੜੇ ਹੋ ਰਹੇ ਨੇ। ਪੰਥਕ ਸਿਆਸਤ ਦੇ ਵਿੱਚ ਪਿਛਲੇ ਦਿਨੀ ਜੋ ਕੁਝ ਹੋਇਆ, ਬਹੁਤੇ ਲੋਕਾਂ ਦਾ ਕਹਿਣਾ ਹੈਗਾ ਵੀ ਬਹੁਤ ਕੁਝ ਚੰਗਾ ਹੋ ਗਿਆ, ਪਰ ਅਕਾਲੀ ਦਲ ਬਾਦਲ ਕਹਿੰਦਾ ਵੀ ਬਹੁਤ ਕੁਝ ਮਾੜਾ ਵੀ ਹੋ ਰਿਹਾ ਹੈਗਾ। ਚੋਣਾਂ ਤੋਂ ਪਹਿਲਾਂ, ਐਸਜੀਪੀਸੀ ਚੋਣਾਂ ਤੋਂ ਪਹਿਲਾਂ ਬਹੁਤ ਕੁਝ ਚੱਲਿਆ, ਪਰ ਆਖਿਰਕਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣੇ, 104 ਵੋਟਾਂ ਪਈਆਂ ਗਈਆਂ। ਪਰ ਉਸ ਤੋਂ ਬਾਅਦ ਬਹੁਤ ਸਾਰੀ ਸਿਆਸਤ ਆ ਜਿਹੜੀ ਗਰਮਾਈ। ਬੀਬੀ ਜਗੀਰ ਕੌਰ ਵੱਲੋਂ ਤਿੱਖੇ ਬਿਆਨ ਦਿੱਤੇ ਗਏ ਕਈ ਲੀਡਰਾਂ ਦੇ ਖਿਲਾਫ। ਅੱਜ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ। ਮਲੂਕਾ ਸਾਹਿਬ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਵੀ ਜੀ ਧਾਲੀਵਾਲ ਸਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰਾ ਪਹਿਲਾ ਸਵਾਲ ਮਲੂਕਾ ਸਾਹਿਬ ਇਹੀ ਆ ਵੀ ਬੀਬੀ ਜਗੀਰ ਕੌਰ ਨੇ ਤੁਹਾਡੇ ਤੇ ਵੱਡੇ ਇਲਜ਼ਾਮ ਲਾਏ ਨੇ। ਉਹਨਾਂ ਨੇ ਕਿਹਾ ਵੀ ਸਿਕੰਦਰ ਸਿੰਘ ਮਲੂਕਾ ਨੇ ਡੇਰਾ ਸੱਚਾ ਸੌਦਾ ਦੇ ਜਿਹੜੇ ਪ੍ਰਮੁੱਖ ਨੇ ਉਹਨਾਂ ਨੂੰ ਮਾਫੀ ਦਵਾਈ। ਮੈਂ ਤੁਹਾਡੇ ਰਾਹੀਂ ਇਹ ਖੁੱਲ੍ਹਾ ਉਹਨਾਂ ਨੂੰ ਚੈਲੰਜ ਕਰਦਾ ਕਿ ਉਹ ਸਾਬਤ ਕਰ ਦੇਣ ਕਿ ਜਿਹੜੀ ਮਾਫੀ ਦਿੱਤੀ ਹੈ 16 ਦੇ ਵਿੱਚ ਆਪਣੇ ਸੱਚੇ ਸੌਦੇ ਨੂੰ, ਮੇਰਾ ਕੋਈ ਦੂਰ ਦਾ ਵੀ ਵਾਸਤਾ ਹੋਵੇ, ਮੈਨੂੰ ਪਤਾ ਵੀ ਹੋਵੇ ਕਿਸੇ ਗੱਲ ਦਾ, ਕਿਤੋਂ ਵੀ ਬੀਬੀ ਜੀ ਕੋਈ ਗੱਲ ਸਾਬਤ ਕਰ ਦੇਣ ਜਿਹਦਾ ਮੇਰੇ ਨਾਲ ਕੋਈ ਭੋਰਾ ਵੀ ਵਾਸਤਾ ਹੋਵੇ, ਤਾਂ ਮੈਨੂੰ ਜਿੱਡੀ ਮਰਜ਼ੀ ਸੰਗਤ ਸਜ਼ਾ ਦੇਵੇ, ਮੈਂ ਤਿਆਰ ਆ। ਉਹਦੇ ਤੇ ਸੰਗਤ ਵੱਡੀ ਹੈ, ਸੰਗਤ ਸਜ਼ਾ ਦੇਵੇ ਜਿੱਡਾ ਅਸੀਂ ਕੋਈ ਗਲਤ ਕੰਮ ਕੀਤਾ, ਤੇ ਨਹੀਂ ਤਾਂ ਬੀਬੀ ਜੀ ਮਾਫੀ ਇਹਦੇ ਲਈ ਤਿਆਰ ਰਹੇ। ਹੁਣ ਮੈਂ ਬੀਬੀ ਨੂੰ ਮੇਰਾ ਖੁੱਲ੍ਹਾ ਚੈਲੰਜ ਹੈ ਕਿ ਉਹ ਸਾਬਤ ਕਰੇ ਇਹ ਗੱਲ। ਇਹਦਾ ਟੋਟਲ ਬੀਬੀ ਜੀ ਨੂੰ ਐਡੀ ਜ਼ਿੰਮੇਵਾਰ ਲੀਡਰ ਰਹੀ ਆ, ਸਾਡੇ ਨਾਲ ਹਾਰ ਕੇ ਚੋਣ ਦੇ ਵਿੱਚ ਬਖਲਾ ਗਏ ਨੇ ਬੀਬੀ ਜੀ। ਪਹਿਲਾਂ ਪਾਰਟੀ 'ਚੋਂ ਕੱਢਿਆ, ਉਹਦਾ ਵੀ ਅਸਰ ਹੁੰਦਾ ਬੰਦੇ ਦੇ ਉੱਤੇ, ਫਿਰ ਉਹ ਹਾਰ ਕੇ ਘਬਰਾ ਗਏ ਨੇ। ਸੋ ਇਹ ਮੇਰਾ ਖੁੱਲ੍ਹਾ ਉਹਨਾਂ ਨੂੰ ਹੈਗਾ ਕਿ ਸਾਬਤ ਕਰੇ ਬੀਬੀ ਜੀ, ਲੋਕਾਂ 'ਚ ਗੱਲ ਬਿਲਕੁਲ ਨਾ ਰੱਖੇ ਲੁਕੋ। ਜੇ ਮੈਂ ਝੂਠਾ ਹੋਇਆ, ਮੈਂ ਸੰਗਤ ਤੋਂ ਜੋ ਸੰਗਤ ਵੱਡੀ ਤੋਂ ਵੱਡੀ ਸਜ਼ਾ ਦੇਊਗੀ ਮੈਂ ਮੰਨੂਗਾ। ਨਹੀਂ, ਬੀਬੀ ਜੀ ਨੂੰ ਮੈਂ ਕੋਰਟ ਦੇ ਵਿੱਚ ਨੋਟਿਸ ਦੇ ਕੇ ਉਹਨੂੰ ਉਹਦੇ ਤੇ ਹਰਜਾਨੇ ਦਾ ਦਾਅਵਾ ਵੀ ਕਰੂੰਗਾ। ਤੁਹਾਡੀ ਮੈਂ ਇਹਦੇ ਰਾਹੀਂ ਕਹਿਣਾ, ਤੇ ਮੈਂ ਉਹਨੂੰ ਕੋਰਟ ਦੇ ਵਿੱਚ ਘੜੀਸੂਗਾ ਵੀ। ਪਰ ਮਲੂਕਾ ਸਾਹਿਬ, ਤੁਹਾਡਾ ਨਾਮ ਹੀ ਕਿਉਂ? ਤੁਹਾਡਾ ਤੇ ਭੁੰਦੜ ਸਾਹਿਬ ਦਾ ਨਾਮ ਲਿਆ ਕਿਉਂ? ਟਾਰਗੇਟ ਨਹੀਂ ਮੇਰਾ ਤੇ ਭੁੰਦੜ ਸਾਹਿਬ ਨਾਲ ਬੀਬੀ ਜੀ ਦੀ ਪਹਿਲਾਂ ਹੀ ਨਹੀਂ ਬਣਦੀ। ਮੈਂ ਤੁਹਾਨੂੰ ਦੱਸ ਦਿੰਦਾ, ਪਹਿਲਾਂ ਹੀ ਢਿੱਡੋਂ ਆ ਬੀਜੀ ਦੀ ਦੋਨਾਂ ਦੀ ਬਣਦੀ ਨਹੀਂ ਹੈਗੀ ਉਹਨਾਂ ਦੀ। ਮੇਰੇ ਤੇ ਆ ਜਿਹੜਾ ਕੱਢ ਕਢਾਈ ਵਾਲਾ ਗੱਲ ਹੋਇਆ, ਇਹਦੇ ਕਰਕੇ ਮੇਰੇ ਤੇ ਔਖੀ ਹੈ ਇਹਦੇ ਜ਼ਿਆਦਾ। ਬਸ ਹੋਰ ਮੇਰੇ ਨਾਲ ਕੋਈ ਰੌਲਾ ਨਹੀਂ ਬੀਬੀ ਦਾ। ਦੋਸ਼ ਲਾਉਣ ਦਾ ਮਤਲਬ ਹੀ ਨਹੀਂ, 1% ਵੀ ਨਹੀਂ। ਮੈਂ ਤਾਂ ਇਹੋ ਜਿਹਾ ਬੰਦਾ, ਜੇ ਮੈਂ ਕੋਈ ਗੱਲ ਕੀਤੀ ਹੋ, ਮੈਂ ਕਹਿ ਦੂੰ ਹਾਂ ਮੈਥੋਂ ਗਲਤੀ ਹੋ ਗਈ, ਸੰਗਤ ਤੋਂ ਮੈਂ ਮਾਫੀ ਮੰਗ ਲੂੰ ਹੱਥ ਜੋੜ ਕੇ। ਇਹ ਟੋਟਲ ਝੂਠ ਹੈ ਬੀਬੀ ਜੀ। ਇਹਦਾ ਬੀਬੀ ਜੀ ਨੂੰ ਭੁਗਤਣੀ ਪਏਗੀ ਇਹਦੀ ਸਜ਼ਾ, ਜਾਂ ਮਾਫੀ ਮੰਗਣੀ ਪਏਗੀ ਪਬਲਿਕਲੀ, ਤੇ ਨਹੀਂ ਤਾਂ ਕਚਹਿਰੀ 'ਚ ਮਾਫੀ ਮੰਗਾਊਂਗਾ। ਤੁਹਾਨੂੰ ਐਂ ਲੱਗਦਾ ਵੀ ਅਨੁਸ਼ਾਸਨੀ ਕਮੇਟੀ ਦਾ ਮੁੱਖ ਪ੍ਰਮੁੱਖ ਬਣ ਕੇ ਤੁਸੀਂ ਪੈਰਾਂ ਤੇ ਕੁਹਾੜੀ ਮਾਰ ਲਈ? ਨਹੀਂ, ਪਾਰਟੀ ਜਿਹੜੀਆਂ ਡਿਊਟੀਆਂ ਲਾਉਂਦੀ ਹੁੰਦੀ ਆ ਪੈਰਾਂ ਤੇ ਕੁਹਾੜੀਆਂ ਨਹੀਂ ਬਣਦੀਆਂ। ਪਾਰਟੀ ਸੋਚ ਕੇ ਡਿਊਟੀਆਂ ਲਾਉਂਦੀ ਹੈ। ਪਾਰਟੀ ਕੋਈ ਜ਼ਿੰਮੇਵਾਰੀ ਦਿੰਦੀ ਹੈ, ਸੋਚ ਕੇ ਦਿੰਦੀ ਹੈ। ਜਿਹੜਾ ਬੰਦਾ ਕੋਈ ਕਪੈਸਿਟੀ ਰੱਖਦਾ ਕੰਮ ਕਰਨ ਦਾ, ਉਹੋ ਜਿਹੇ ਬੰਦਿਆਂ ਨੂੰ ਡਿਊਟੀਆਂ ਦਿੰਦੀ ਹੈ। ਕਦੇ ਡਰੀਦਾ ਨਹੀਂ ਹੁੰਦਾ, ਨਾ ਕਦੇ। ਮੈਂ ਜ਼ਿੰਦਗੀ 'ਚ ਛੋਟੀ ਉਮਰ 'ਚੋਂ ਸਿਆਸਤ 'ਚ ਆ ਗਿਆ, ਮੈਂ ਨਾ ਕਦੇ ਘਬਰਾਹਟ ਮੰਗੀ ਹੈ, ਨਾ ਮੈਂ ਕਦੇ ਡਰਿਆ, ਨਾ ਮੈਂ ਕਦੇ ਗਲਤ ਕੰਮ ਕੀਤਾ। ਜੇ ਮੈਥੋਂ ਕਦੇ ਕੋਈ ਗਲਤੀ ਹੋਈ ਮੈਂ 2 ਮਿੰਟ 'ਚ ਹੀ ਮੰਨ ਲੈਂਦਾ ਹੁੰਦਾ। ਪਾਰਟੀ ਸਭ ਤੋਂ ਪਹਿਲਾਂ, ਪਾਰਟੀ ਵੱਡੀ ਹੈ,
ਪਾਰਟੀ ਨੇ ਜੋ ਡਿਊਟੀ ਲਾਈ ਉਹ ਮੈਂ ਨਿਭਾਈ ਹੈ। ਮੈਂ ਆਪਣੇ ਵੱਲੋਂ ਕੁਝ ਨਹੀਂ ਕੀਤਾ। ਅਸੀਂ ਸਾਰਾ ਜ਼ੋਰ ਲਾਇਆ ਬੀਬੀ ਜੀ ਨੂੰ ਮਨਾਉਣ ਦੀ ਖਾਤਰ, ਬੀਬੀ ਜੀ ਨੂੰ ਸਮਝਾਉਣ ਦੀ ਖਾਤਰ। ਬਹੁਤ ਟਾਈਮ ਦਿੱਤੇ। ਜੇ ਕੋਈ ਮੈਂ ਇਹੋ ਜਿਹੀ ਗੱਲ ਕਰਨੀ ਹੁੰਦੀ ਮੈਂ ਪਹਿਲੇ ਤਾਂ ਨਹੀਂ ਕੱਢ ਦਿੰਦਾ ਪਾਰਟੀ 'ਚੋਂ ਬੀਬੀ ਜੀ ਨੂੰ। ਸਾਡਾ ਮਨ ਸੀ ਵੀ ਸਮਝਾਈਏ, ਨਾ ਆਵੇ ਨੌਬਤ। ਪਰ ਜਦੋਂ ਬੀਬੀ ਜੀ ਵਿਜੇਦੀ ਹੋ ਗਏ, ਕਿਸੇ ਗੱਲ ਤੇ ਵੀ ਨਹੀਂ ਆਏ। ਤੇ ਤੁਹਾਡੇ ਸਾਹਮਣੇ ਅਸੀਂ ਕਿੰਨੇ ਵਾਰੀ ਟਾਈਮ ਦਿੱਤਾ ਬੀਬੀ ਜੀ ਨੂੰ ਇਸ ਗੱਲ ਦਾ ਕਿ ਆ ਜਾਓ। ਇੱਕ ਵਾਰੀ ਉਹਨੇ ਤੁਹਾਡੇ ਪ੍ਰੈਸ ਰਾਹੀਂ ਕਿਹਾ, ਮੈਨੂੰ ਸੁਣਿਆ ਨਹੀਂ। ਅਸੀਂ ਸੁਣਨ ਦਾ ਵੀ ਟਾਈਮ ਦਿੱਤਾ ਚੰਡੀਗੜ੍ਹ 'ਚ। ਅਸੀਂ ਇਹ ਵੀ ਕਹਿਤਾ ਕਿ ਪ੍ਰੈਸ ਦੀ ਹਾਜ਼ਰੀ 'ਚ ਸੁਣਾਂਗੇ। ਬੀਬੀ ਫਿਰ ਵੀ ਨਹੀਂ ਆਏ। ਤੁਹਾਨੂੰ ਕੀ ਲੱਗਦਾ ਵਾ ਵੀ ਗਿਲਾ ਕਿਹੜੀ ਗੱਲ ਨੂੰ ਲੈ ਕੇ ਹੋ ਗਿਆ, ਕਿਉਂ ਹੋ ਗਿਆ? ਇਹ ਤਾਂ ਹੁਣ ਬੀਬੀ ਜਾਣਦੀ ਆ, ਉਹ ਦੱਸ ਸਕਦੀ ਆ। ਜਿਹੜੀ ਕੋਈ ਗੱਲ ਉਹਦੇ ਢਿੱਡ ਦੇ ਵਿੱਚ ਆ ਉਹੀ ਜਾਣਦੀ ਆ ਬੀਬੀ ਜੀ। ਵੈਸੇ ਬੜੀ ਹੈਰਾਨੀ ਹੁੰਦੀ ਆ ਮੈਨੂੰ, ਧਾਲੀਵਾਲ ਸਾਹਿਬ ਐਡੇ ਵੱਡੇ ਵੱਡੇ ਲੀਡਰ ਬਣ ਜਾਂਦੇ ਨੇ ਲੋਕ। ਵੈਸੇ ਤਾਂ ਜਿਨ੍ਹਾਂ ਨੇ ਕੋਈ ਪਾਰਟੀ ਲਈ ਕਦੇ ਕੀਤਾ ਨਾ ਹੋਵੇ ਤੇ ਉਹਨਾਂ ਨੂੰ ਤਾਕਤ ਅਥਾਹ ਮਿਲ ਜਾਂਦੀ ਹੈ, ਉਹ ਬੰਦੇ ਫਿਰ ਪੈਰ ਛੱਡ ਜਾਂਦੇ ਨੇ। ਬੀਬੀ ਜੀ 95 'ਚ ਆਏ ਨੇ ਮਾਨ ਦਲ ਚੋਂ ਅਕਾਲੀ ਦਲ ਦੇ ਵਿੱਚ। 96 'ਚ ਸ਼੍ਰੋਮਣੀ ਕਮੇਟੀ ਦੇ ਅਸੀਂ ਇਹਨਾਂ ਨੂੰ ਮੈਂਬਰ ਬਣਾਤਾ। 97 'ਚ ਅਸੀਂ MLA ਬਣਾਤਾ, ਨਾਲ ਹੀ ਵਜ਼ੀਰ ਬਣਾਤਾ। ਅਸੀਂ ਜਿਹੜੇ ਉਦੋਂ ਸਮਝ ਲਓ ਵੀ ਪਹਿਲਾਂ 25 ਸਾਲ ਆਏ ਸੀ, ਸਾਨੂੰ ਤਾਂ ਸਟੇਟ ਮਿਨਿਸਟਰ ਬਣਾਇਆ, ਇਹਨੂੰ ਚੱਕ ਕੇ ਕੈਬਨਿਟ ਮਿਨਿਸਟਰ ਬਣਾਤਾ। ਉਦੋਂ ਬਾਅਦ 99 'ਚ ਇਹਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਤਾ। ਫਿਰ 3-4 ਵਾਰੀ ਪ੍ਰਧਾਨ, ਫਿਰ ਇਸਤਰੀ ਅਕਾਲੀ ਦਲ ਦੀ ਪ੍ਰਧਾਨ, ਕੋਰ ਕਮੇਟੀ ਦੀ ਮੈਂਬਰ, ਸੀਨੀਅਰ। ਇੱਕ ਪਾਰਟੀ ਲਈ ਬੀਬੀ ਜਗੀਰ ਕੌਰ ਨੇ ਕੀਤਾ ਕੀ ਹੈ? ਅਸੀਂ ਤਾਂ ਜੇਲ੍ਹਾਂ ਕੱਟੀਆਂ, ਡਾਂਗਾਂ ਖਾਧੀਆਂ, ਬਹੁਤ ਕੁਛ ਕਰਿਆ ਪਾਰਟੀ ਦੇ ਵਿੱਚ। ਕਿੰਨੇ ਵਾਰੀ, ਬਹੁਤ ਵਾਰੀ ਜੇਲ੍ਹ ਯਾਤਰਾ ਕੀਤੀ ਐਮਰਜੈਂਸੀ ਤੋਂ ਲੈ ਕੇ। ਬੀਬੀ ਨੇ ਕਿ ਇੱਕ ਦਿਨ ਵੀ ਦੱਸੇ ਕੀ ਕੀਤੀ। ਆਪਦੀ ਕੁੜੀ ਦੀ ਖਾਤਰ ਤਾਂ ਜੇਲ੍ਹ ਕੱਟੀ ਆ, ਊਂ ਦੱਸੇ ਕਿਹੜੀ ਕੱਟੀ ਕੋਈ ਕਿਸੇ। ਪਰ ਮੈਂ ਇਹ ਗੱਲਾਂ 'ਚ ਪੈਣਾ ਨਹੀਂ ਸੀ ਚਾਹੁੰਦਾ ਵੀ ਇਹ ਤਾਕਤ ਇੰਨੀ ਜ਼ਿਆਦਾ ਦੇਤੀ ਬੀਬੀ, ਮੈਨੂੰ ਲੱਗਦਾ ਪੈਰ ਛੱਡ ਗਈ। ਵੇਖੋ ਐਡੀ ਵੱਡੀ ਲੀਡਰ ਬਣ ਗਈ, ਆਪਣੇ ਆਪ ਨੂੰ ਬੜੀ ਸਿਆਣੀ ਬਣਦੀ ਆ। ਮੈਂ ਇਹ ਗੱਲਾਂ ਕਰਨੀਆਂ ਨਹੀਂ ਸੀ ਚਾਹੁੰਦਾ। ਜਦੋਂ ਬੰਦਾ ਝੂਠੇ ਇਲਜ਼ਾਮ ਲਾਉਂਦਾ ਉਦੋਂ ਗੁੱਸਾ ਆਉਂਦਾ। ਬੀਬੀ ਜੀ ਬੋਲਦੀ ਹੈ ਪ੍ਰੈਸ ਕਾਨਫਰੰਸ, ਜਦੋਂ ਪੁੱਛਿਆ ਤੁਹਾਡੇ ਕਿਸੇ ਪ੍ਰੈਸ ਵਾਲੇ ਵੀਰ ਨੇ, ਹੈਗੀ ਸਾਡੇ ਕੋਲ ਉਹ, ਕਿ ਬੀਬੀ ਜੀ ਤੁਸੀਂ ਕਿਉਂ ਜਿੱਦ ਹੋਏ ਆ ਚੋਣ ਲੜਨ ਨੂੰ? ਕਹਿੰਦੀ ਭਾਈ ਮੈਂ ਲੋਕ ਸਭਾ ਚੋਣ ਲੜੀ ਸੀ ਖਡੂਰ ਸਾਹਿਬ, ਮੈਂ ਕਰਜ਼ਾਈ ਹੋ ਗਈ। ਜੁੜਦੀ ਹੈ ਇਹ ਪ੍ਰਧਾਨ ਨਾਲ ਗੱਲ? ਔਨ ਰਿਕਾਰਡ ਕਿਹਾ ਵੀ? ਹਾਂ ਔਨ ਰਿਕਾਰਡ ਆ ਟੀਵੀ ਦੇ ਉੱਤੇ, ਮੇਰੇ ਕੋਲ, ਮੈਂ ਦੇ ਦੂੰਗਾ ਤੁਹਾਨੂੰ। ਫਿਰ ਅਗਲਾ ਸਵਾਲ, ਤੇ ਮੇਰਾ ਕਿਹੜਾ ਕੋਈ ਬਿਜ਼ਨਸ ਚੱਲਦਾ ਹੈ? ਮੈਂ ਤਾਂ ਵਿਹਲੀ ਹਾਂ, ਮੇਰਾ ਕਿਹੜਾ ਕੋਈ ਬਿਜ਼ਨਸ ਚੱਲਦਾ ਹੈ? ਮੈਂ ਚੋਣ ਤਾਂ ਲੜਦੀ। ਤੀਜੀ ਗੱਲ, ਮੈਂ ਸੇਵਾ ਕਰਨੀ ਹੈ। ਸੇਵਾ ਤਾਂ ਉੱਥੇ ਗੁਰੂ ਘਰ ਦੀ ਜਿਹੜਾ ਮਰਜ਼ੀ ਕਰ ਲਓ, ਜੋੜੇ ਸਾਫ਼ ਕਰੋ, ਭਾਂਡੇ ਸਾਫ਼ ਕਰੋ, ਲੰਗਰ 'ਚ ਰੋਟੀਆਂ ਬਣਾਓ, ਕਰੋ ਸੇਵਾ। ਇਹ ਪ੍ਰਬੰਧਕ ਉਹਦਾ ਹੈ, ਸੇਵਾ ਵਾਲਾ ਥੋੜ੍ਹਾ। ਬੀਬੀ ਨੂੰ ਪੁੱਛੋ ਪ੍ਰਧਾਨ ਬਣ ਕੇ ਤੂੰ ਕੀ ਸੇਵਾ ਕੀਤੀ ਹੈ, ਦੱਸੇ ਕਿਹੜੀ ਸੇਵਾ ਕੀਤੀ ਹੈ। ਸੇਵਾ ਤਾਂ ਇਹ ਤਾਂ ਇੱਕ ਪ੍ਰਬੰਧਕ ਹੀ ਉਹਦਾ, ਜਿਹੜਾ ਪ੍ਰਧਾਨ ਦਾ ਉਹਦਾ ਇੱਕ ਪ੍ਰਬੰਧਕ ਹੀ ਆ। ਸਾਰੇ ਪ੍ਰਬੰਧ ਨੂੰ ਦੇਖਣਾ। ਸੇਵਾ ਤਾਂ ਸਾਰੇ ਕਰਦੇ ਆ, ਤੁਸੀਂ ਵੀ ਕਰਦੇ ਆ, ਅਸੀਂ ਵੀ ਕਰਦੇ ਆ, ਆਮ ਲੋਕ ਵੀ ਕਰਦੇ ਆ, ਲੱਖਾਂ ਲੋਕ ਕਰਦੇ ਆ, ਜਿਹੜੇ ਦੱਸਦੇ ਹੀ ਨਹੀਂ ਇਹੋ ਜਿਹੇ। ਸੋ ਇਹ ਤਿੰਨੇ ਫਾਲਤੂ ਗੱਲਾਂ ਸਨ। ਦੋ ਗੱਲਾਂ ਤਾਂ ਵੈਸੇ ਹੀ ਹਾਸੋਹੀਣੀਆਂ ਸੀ ਕਿ ਜੀ ਮੈਂ ਕਰਜ਼ਾਈ ਹੋ ਗਈ ਹਾਂ ਜਾਂ ਮੇਰੇ ਕੋਲੇ ਬਿਜ਼ਨਸ ਚੱਲਦੇ ਆ, ਮੈਂ ਤਾਂ ਵਿਹਲੀ ਹਾਂ। ਪਰ ਮਲੂਕਾ ਸਾਹਿਬ, ਬਹੁਤ ਸਾਰੇ ਲੋਕਾਂ ਦੀ ਇਹ ਵੀ ਆਪੱਤੀ ਰਹੀ ਆ ਵੀ ਜਿੱਦਾਂ ਦਾ ਪ੍ਰੈਸ ਕਾਨਫਰੰਸ 'ਚ ਬੋਲਿਆ ਗਿਆ, ਖਾਸ ਕਰਕੇ ਮਹੇਸ਼ਿੰਦਰ ਗਰੇਵਾਲ ਵੱਲੋਂ, ਵੀ ਉਹੋ ਜਿਹੀ ਭਾਸ਼ਾ ਅਕਾਲੀ ਦਲ ਦੇ ਲੀਡਰ ਨੂੰ ਨਹੀਂ ਬੋਲਣੀ ਚਾਹੀਦੀ। ਮੈਂ ਕਿਸੇ ਲਈ ਜਵਾਬ ਦੇ ਨਹੀਂ, ਮੈਂ ਆਪਦੇ ਲਈ ਜਵਾਬ ਦੇ। ਮੇਰੇ ਵੱਲੋਂ ਕੋਈ ਗੱਲ ਹੋਈ ਹੈ ਤਾਂ ਮੈਨੂੰ ਦੱਸੋ, ਮੈਂ ਆਪਣੇ ਲਈ ਹਰ ਗੱਲ ਦਾ ਜਵਾਬ ਦੇ। ਇਹਦਾ ਸਵਾਲ ਦਾ ਜਵਾਬ ਉਹੀ ਲੋਕ ਦੇ ਸਕਦੇ ਨੇ ਜਿਨ੍ਹਾਂ ਨੇ ਬੋਲੇ ਆ। ਮੈਂ ਕਿਸੇ ਦਾ ਜਵਾਬ ਦੇ ਨਹੀਂ, ਮੈਂ ਆਪਣਾ ਜਵਾਬ ਦੇ ਆ। ਮੈਂ ਕਦੇ ਕਿਸੇ ਨੂੰ ਮਾੜੀ ਭਾਸ਼ਾ ਨਹੀਂ ਬੋਲੀ, ਨਾ ਮੇਰਾ ਸੁਭਾਅ ਹੈ। ਮੈਂ ਹਰ ਇੱਕ ਗੱਲ ਰਿਸਪੈਕਟ ਨਾਲ ਕਰਦਾ। ਜਿੰਨੀ ਅਸੀਂ ਆ ਸਾਰਾ ਕੀਤਾ, ਪਹਿਲਾਂ ਜਗਮੀਤ ਸਿੰਘ ਬਰਾੜ ਵਾਲੇ ਨੋਟਿਸਾਂ ਦੇ ਵਿੱਚ ਵੀ ਅਸੀਂ ਸਾਰੀ ਗੱਲ ਸਤਿਕਾਰ ਨਾਲ ਕੀਤੀ। ਉਹਨਾਂ ਨੇ, ਹਾਲਾਂਕਿ ਉਹਨਾਂ ਨੇ ਵੀ ਲਫ਼ਜ਼ ਕਾਫੀ ਕੌੜੇ ਮੇਰੇ ਲਈ ਬੋਲੇ ਸੀ, ਸ਼ਾਇਦ ਤੁਸੀਂ ਸੁਣੀ ਲਏ ਹੋਣੇ ਪ੍ਰੋ ਪੰਜਾਬ ਤੇ ਬੀਬੀ ਜੀ ਵੀ ਬੋਲ ਗਏ। ਤੇ ਮੈਂ ਹਲੇ ਵੀ ਕਿਸੇ ਦੇ ਨਹੀਂ ਬੋਲਿਆ। ਮੈਂ ਉਹਨਾਂ ਨੂੰ ਵੀ ਹਰ ਗੱਲ ਸਤਿਕਾਰ ਤੇ ਕਰਦਾ ਰਿਹਾ, ਅੱਗੇ ਨੂੰ ਵੀ ਸਤਿਕਾਰ ਤੇ ਕਰਦਾ ਹਾਂ। ਲੜਾਈ ਲੜਾਂਗੇ ਜਿਹੜੀ ਲੜਨ ਵਾਲੀ ਹੈ, ਕਾਨੂੰਨੀ, ਹੱਕੀ, ਪਰ ਕਿਸੇ ਦੇ ਖਿਲਾਫ ਸ਼ਾਨ ਦੇ ਨਹੀਂ ਬੋਲਣਾ ਚਾਹੀਦਾ। ਮੈਂ ਇਸ ਰਾਏ ਦਾ ਬੰਦਾ। ਤੇ ਇੱਕ ਧੜਾ ਅਕਾਲੀ ਦਲ ਦਾ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਵੀ ਕਹਿ ਰਿਹਾ ਵੀ ਬੀਬੀ ਨੇ ਬਹੁਤ ਵੱਡਾ ਮਾਰਕਾ ਮਾਰ ਲਿਆ, 42 ਸੀਟਾਂ ਲੈ ਗਏ, ਬਾਦਲਾਂ ਦਾ ਤਖਤ ਹਿਲਾਤਾ। ਬਾਦਲਾਂ ਦਾ ਤਖਤ ਨਹੀਂ ਹੈਗਾ, ਤਖਤ ਅਕਾਲੀ ਦਲ ਦਾ ਹੈ। ਬਾਦਲ ਤਾਂ ਇੱਕ ਜ਼ਿੰਮੇਵਾਰੀ ਨਿਭਾ ਰਿਹਾ, ਜਿਵੇਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜ਼ਿੰਮੇਵਾਰੀ ਨਿਭਾਉਂਦਾ ਹੁੰਦਾ, ਉਵੇਂ ਸੁਖਬੀਰ ਨਿਭਾ ਰਿਹਾ। ਅੱਜ ਪਹਿਲਾਂ ਬਾਦਲ ਸਾਹਿਬ ਸੀ, ਉਦੋਂ ਪਹਿਲਾਂ ਤਲਵੰਡੀ ਸਾਹਿਬ ਸੀ, ਲੌਂਗੋਵਾਲ ਸਾਹਿਬ ਸੀ, ਬਰਨਾਲਾ ਸਾਹਿਬ ਸੀ, ਕਿੰਨੇ ਪ੍ਰਧਾਨ ਰਹੇ ਆ ਅਕਾਲੀ ਦਲ ਦੇ, ਬਦਲਦੇ ਰਹਿੰਦੇ ਨੇ। ਵੋਟਾਂ ਨਾਲ ਹੁਣ ਵੀ ਸਾਡੇ 500 ਕੁਛ ਡੈਲੀਗੇਟ ਨੇ, ਉਹਨਾਂ ਕੋਲੇ ਪਾਵਰ ਹੈ। ਅੱਧੋਂ ਵੱਧ ਡੈਲੀਗੇਟ ਬਦਲ ਸਕਦੇ ਆ ਪ੍ਰਧਾਨ ਨੂੰ ਜਦੋਂ ਮਰਜ਼ੀ। ਜੇ ਵਾਕਈ ਇੰਨਾ ਹੈਗਾ ਤੇ ਬਦਲ ਦੇਣ ਪਰ ਡੈਲੀਗੇਟਾਂ ਦੇ ਰਾਹੀਂ। ਇਵੇਂ ਜੇ ਕਿ ਸਾਡੀ ਜਿਹੜੀ ਹੈਗੀ ਆ ਵਰਕਿੰਗ ਕਮੇਟੀ ਕੋਲੇ ਪਾਵਰ ਹੈ। ਅੱਜ ਵੀ ਵਰਕਿੰਗ ਕਮੇਟੀ ਵੀ ਹੈਗੀ, ਡੈਲੀਗੇਟ ਹਾਊਸ ਵੀ ਹੈਗਾ। ਵਰਕਿੰਗ ਕਮੇਟੀ ਵੀ 125 ਬੰਦਿਆਂ ਦੀ ਹੈਗੀ ਹੈ। ਮੈਜੋਰਟੀ ਨਾਲ ਉਹਦੇ 'ਚ ਵੀ ਬਦਲਿਆ ਜਾ ਸਕਦਾ ਪ੍ਰਧਾਨ। ਜੇ ਇੰਨਾ ਇਹਨਾਂ ਨੂੰ ਲੱਗਦਾ ਅਸੀਂ ਜ਼ਿਆਦਾ ਪਾਪੂਲਰ ਹੈ ਤੇ ਡੈਲੀਗੇਟ ਇਜਲਾਸ ਬੁਲਾ ਲੈਣ ਜਾਂ ਵਰਕਿੰਗ ਕਮੇਟੀ ਬੁਲਾ ਕੇ ਤੇ ਬਦਲ ਦੇਣ ਪ੍ਰਧਾਨ ਨੂੰ, ਫਿਰ ਵੇਖ ਲੈਣ। ਸਾਰੀ ਵਰਕਿੰਗ ਕਮੇਟੀ ਮਤਾ ਪਾ ਗਈ, ਸਾਰਾ ਕੋਰ ਕਮੇਟੀ ਪਾ ਗਈ, ਸਾਰੇ ਜ਼ਿਲ੍ਹੇ ਜਥੇਦਾਰ ਪਾ ਗਏ, ਸਾਰੇ ਹਲਕਾ ਇੰਚਾਰਜ ਪਾ ਗਏ। 95% ਤੋਂ ਉੱਤੇ ਉਹ ਸਪੋਰਟ, 98% ਦੇ ਲਗਭਗ ਸਪੋਰਟ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਰ ਗਏ। ਫਿਰ ਅਸੀਂ ਕੋਨਾ ਮਾਨੂੰ ਚਲਾਈ ਜਾਂਦੇ, ਫਿਰ ਵੀ ਅਸੀਂ ਕੋਨਾ ਮਾਨੂੰ ਚਲਾਈ ਜਾਂਦੇ ਹਾਂ। ਸੋ ਇਹ ਨਹੀਂ ਹੈਗੀ ਕੋਈ ਗੱਲ। ਪਾਰਟੀ ਕਿਸੇ ਦੀ ਜਾਇਦਾਦ ਨਹੀਂ ਹੈਗੀ, ਨਾ ਕੋਈ ਅਕਾਲੀ ਦਲ ਬਾਦਲ ਦੀ ਜਾਇਦਾਦ ਹੈ। ਇਹ ਪਾਰਟੀ ਅਕਾਲੀ ਦਲ ਦੀ ਹੈ। ਅੱਜ ਕੋਈ ਪ੍ਰਧਾਨ ਹੈ, ਕੱਲ੍ਹ ਨੂੰ ਕੋਈ ਹੋਰ ਹੋ ਸਕਦਾ। ਕੋਈ ਸੀ ਨਹੀਂ ਹਿੱਲਿਆ। ਵੇਖੋ ਸਾਨੂੰ ਪਿਛਲੀ ਵਾਰ ਪਈਆਂ ਸੀ 122 ਵੋਟਾਂ ਜੀ,
ਐਰਕੀ ਪਈਆਂ 104, 18 ਵੋਟਾਂ ਦਾ ਫਰਕ ਪਿਆ ਨਾ ਜੀ ਤੁਹਾਡੇ ਹਿਸਾਬ ਨਾਲ ਜਿਹੜੀਆਂ। ਇੱਕ ਤਾਂ ਐਰਕੀ ਵੋਟਿੰਗ ਹੀ ਜ਼ਿਆਦਾ ਹੋਈ ਹੈ, ਖਿੱਚ ਜ਼ਿਆਦਾ ਸੀ, ਅੱਗੇ ਨਹੀਂ ਹੁੰਦੀ ਸੀ। ਅੱਗੇ 15-20 ਵੋਟਾਂ ਆਉਂਦੀਆਂ ਨਹੀਂ ਹੁੰਦੀਆਂ ਸੀ ਵੀ ਚੱਲ ਕੀ ਹੈ, ਬਾਹਲਾ ਮੁਕਾਬਲਾ ਤਾਂ ਕੋਈ ਹੈ ਹੀ ਨਹੀਂ। ਐਰਕੀ ਮੁਕਾਬਲਾ ਸੀਗਾ, ਸਾਰਿਆਂ ਨੂੰ ਪਤਾ ਸੀ। 9 ਬੰਦੇ ਤਾਂ ਸਾਡੇ ਅਸੈਂਬਲੀ ਚੋਣਾਂ ਤੋਂ ਬਾਅਦ ਭੱਜ ਗਏ ਸੀ, ਉਹ 9 ਕੱਢ ਦਿਓ ਜਿਹੜੇ ਪਹਿਲਾਂ ਹੀ ਭੱਜ ਗਏ ਸੀ ਜੀ। 5 ਸਾਡੀਆਂ ਵੋਟਾਂ ਵਿਦੇਸ਼ 'ਚ ਨੇ, 3 ਵਿਦੇਸ਼ 'ਚ ਨੇ, 2 ਸਾਡੀਆਂ ਇੱਕ ਦਿੱਲੀ ਤੋਂ ਆਨੰਦ ਸਾਹਿਬ ਮੌਕੇ ਤੇ ਸੱਟ ਲੱਗ ਗਈ, ਇੱਕ ਬਾਵਾ ਜੀ ਨੇ ਆਪਰੇਸ਼ਨ ਹੋਇਆ ਵਾ ਦਿੱਲੀ, ਬਾਵਾ ਗੁਰਿੰਦਰ ਸਿੰਘ, ਉਹ ਨਹੀਂ ਆ ਸਕਿਆ। 5 ਸਾਡੀਆਂ ਇਹ ਹੋਰ ਕਰ ਲਓ, 4-5 ਵੋਟਾਂ ਸਾਡੀਆਂ ਇਹ ਪਤਾ ਨਹੀਂ ਹੁਣ ਕਿਹੜੀਆਂ ਕਰ ਗਈਆਂ ਉਹ ਕੋਈ। ਪਰ ਬਹੁਤ ਲੋਕ ਕਹਿ ਰਹੇ ਨੇ ਵੀ ਜਿਹੜੀਆਂ 4 ਵੋਟਾਂ ਤੁਹਾਡੇ ਹੀ ਕਿਸੇ ਵੱਡੇ ਲੀਡਰ ਨੇ ਮਾਝੇ ਦੇ ਨੇ ਬੀਬੀ ਜੀ ਨੂੰ ਪਵਾਤੀਆਂ। ਨਹੀਂ, ਮਾਝੇ ਦੇ ਲੀਡਰ ਨੇ ਕਿਸੇ ਨੇ ਨਹੀਂ ਪਾਈਆਂ ਨਾ। ਮਾਝੇ 'ਚੋਂ ਇੱਕ ਅੱਧੀ ਵੋਟ ਹੋ ਸਕਦਾ ਪਈ ਹੋਵੇ, ਮਾਝੇ 'ਚੋਂ ਜ਼ਿਆਦਾ ਨਹੀਂ ਪਈਆਂ। 2 ਵੋਟਾਂ ਤਾਂ ਆਪਣੇ ਆ ਜ਼ਿਲ੍ਹਿਆਂ 'ਚੋਂ, 9 ਜ਼ਿਲ੍ਹੇ ਜਿਹੜੇ ਪੁਰਾਣਾ ਫਿਰੋਜ਼ਪੁਰ ਬਠਿੰਡੇ ਦੇ, ਜੀ। ਇੱਕ ਅੱਧੀ ਵੋਟ ਸਾਨੂੰ ਲੱਗਦਾ ਮਾਝੇ 'ਚ ਵੀ ਹੈਗੀਆਂ, 1-2-3 ਦੁਆਬੇ 'ਚ ਵੀ ਹੈਗੀਆਂ, 1-2 ਸਾਨੂੰ ਪਟਿਆਲੇ 'ਚ ਵੀ ਸ਼ੱਕ ਹੈ ਆਲੇ ਦੁਆਲੇ। ਜਿਹੜੀ ਇਹ ਜਿਹਾ ਕੁਛ ਹੈ, ਰਲ ਕੇ 5-6 ਵੋਟਾਂ ਹੈਗੀਆਂ ਨੇ ਜਿਹੜੀਆਂ ਸਾਥੋਂ ਕਹਿ ਲਾ ਵੀ ਸਾਨੂੰ ਕਹਿ ਲਓ, ਜਾਂ ਜਿਹੜੇ ਪਾਰਟੀ ਦੇ ਹਲੇ ਵੀ ਵਿੱਚ ਨੇ, ਉਹ ਪਾਰਟੀ ਦੇ ਅੱਜ ਵੀ ਵਿੱਚ ਨੇ, ਉਹ ਕਰ ਗਏ ਹੈਰਾ ਫੇਰੀ। ਹੁਣ ਖੋਜ ਪੜਤਾਲ ਹੋਊਗੀ ਹੌਲੀ ਹੌਲੀ। ਜਿਹੜੇ ਪੋਲੀਟੀਕਲ ਮਾਹਰ ਨੇ ਮਲੂਕਾ ਸਾਹਿਬ, ਉਹ ਕਹਿ ਰਹੇ ਨੇ ਵੀ ਘਰ ਦਾ ਬੰਦਾ ਹੀ ਕੋਈ ਸੇਂਧ ਲਾ ਰਿਹਾ ਹੈਗਾ ਪਾਰਟੀ ਨੂੰ, ਬਹੁਤ ਵੱਡਾ ਕੁਝ ਹੋਣ ਵਾਲਾ ਹੈਗਾ ਅਕਾਲੀ ਸਿਆਸਤ ਦੇ ਵਿੱਚ। ਚਲੋ ਅਕਾਲੀ ਦਲ ਦੇ ਵਿੱਚ ਬਹੁਤ ਵਾਰੀ ਬੜਾ ਕੁਝ ਹੋਇਆ, ਹੁੰਦਾ ਹੀ ਰਹਿੰਦਾ ਹੈ, ਹਰ ਪਾਰਟੀ 'ਚ ਹੁੰਦਾ ਰਹਿੰਦਾ। ਅਕਾਲੀ ਦਲ 'ਚ ਕੀ ਹੁੰਦਾ, ਸਾਰੀਆਂ ਪਾਰਟੀਆਂ 'ਚ ਹੀ ਚੱਲਦਾ ਹੀ ਰਹਿੰਦਾ, ਉਤਰਾਅ ਚੜ੍ਹਾਅ ਆਉਂਦੇ ਹੀ ਰਹਿੰਦੇ, ਕੋਈ ਆ ਗਿਆ, ਕੋਈ ਉੱਠ ਗਿਆ, ਕਦੇ ਬਦਲਤਾ, ਕੋਈ ਚੱਲ ਗਿਆ, ਕੋਈ ਗੱਲ ਨਹੀਂ। ਅਕਾਲੀ ਦਲ ਨੇ ਅੱਗੇ ਵੀ ਬੜੇ ਤਕੜੇ ਸੰਘਰਸ਼ ਲੜੇ ਆ, ਬੜੇ ਬਾਬ ਰੋਲਿਆਂ 'ਚੋਂ ਲੰਘਿਆ ਅਕਾਲੀ ਦਲ ਹਮੇਸ਼ਾ ਹੀ। ਜਦੋਂ ਅਕਾਲੀ ਦਲ ਡਿੱਗਦਾ ਉਦੋਂ ਫਿਰ ਤਕੜਾ ਹੋ ਕੇ ਉੱਠਦਾ ਹੈ। 99 'ਚ ਸਾਡੀਆਂ ਸਾਰੇ ਜ਼ਮਾਨਤਾਂ ਹੀ ਜ਼ਬਤ ਹੋ ਗਈਆਂ ਸੀ ਪੰਜਾਬ 'ਚ ਜੀ। ਇੱਕ ਸੀਟ ਤੇ ਜ਼ਮਾਨਤ ਬਚੀ ਸੀ, ਸਾਰੀਆਂ ਦੀਆਂ ਜ਼ਮਾਨਤਾਂ ਹੀ ਜ਼ਬਤ ਹੋ ਗਈਆਂ ਸੀ। ਤੇ 96 'ਚ ਅਸੀਂ ਹਨੇਰੀ ਨੂੰ ਆ ਗਏ ਸੀ। ਐਰਕੀ ਤਾਂ ਸਾਡੀਆਂ 49 ਸੀਟਾਂ ਤੇ ਤਾਂ ਅਸੀਂ ਦੂਜੇ ਨੰਬਰ ਤੇ ਆਏ ਹਾਂ। ਬਾਕੀ ਕਾਫੀ 37-38 ਸੀਟਾਂ ਇਹ ਆ ਜਿਹੜੀਆਂ ਜੇ ਬੀਜੇਪੀ ਤੇ ਅਸੀਂ ਇਕੱਠੇ ਹੁੰਦੇ ਸੀ ਜਿੱਤਦੇ ਸੀਗੇ। ਜੇ 37-38 ਤਾਂ ਹੁਣ ਬਣਦਾ ਜੋੜ, ਜੇ ਅਸੀਂ ਇਕੱਠੇ ਹੁੰਦੇ ਸ਼ਾਇਦ 50 ਹੀ ਹੋ ਜਾਂਦਾ ਜੋੜ। ਸੋ ਇਹ ਸਥਿਤੀਆਂ ਨੇ, ਬਦਲਦੀਆਂ ਰਹਿੰਦੀਆਂ ਨੇ। ਲੋਕਾਂ ਦੇ ਮਨ ਦੇ ਵਿੱਚ 2-3 ਗੱਲਾਂ ਹੋ ਗਈਆਂ। ਇੱਕ ਤਾਂ ਹੋ ਗਿਆ ਕਿ ਬੀਜੇਪੀ ਅਕਾਲੀ ਦਲ ਲੜ ਪਏ, ਹੁਣ ਇਹ ਜਿੱਤ ਨਹੀਂ ਸਕਦੇ, ਇਹ ਲੜ ਪਏ। ਜਦੋਂ ਲੋਕਾਂ ਦੇ ਮਨ 'ਚ ਹੋ ਜੇ ਨਾ ਵੀ ਇਹ ਲੜ ਪਏ, ਜਿਵੇਂ ਆਪਾਂ 2 ਭਰਾ ਲੜ ਪਏ, ਅਗਲਾਂ ਦਾ ਜਰਾ ਟੱਬਰ ਦਾ ਹੁਣ ਨੁਕਸਾਨ ਹੋਊਗਾ, ਇਹ ਲੜ ਪਿਆ ਵੀ ਜੀ, ਇਵੇਂ ਉਹ ਸਾਡੇ ਨਾਲ ਹੋਈ ਹੈ। ਇੱਕ ਜਿਹੜਾ ਬੀਬੀਆਂ ਨੂੰ ਲਾਰਾ ਲਾਤਾ 1000-1000 ਰੁਪਏ ਦਾ, ਬੀਬੀਆਂ ਨੇ ਵੱਡੀ ਗਿਣਤੀ 'ਚ ਵੋਟ ਜਿਹੜੀ ਉਹ ਆਮ ਆਦਮੀ ਪਾਰਟੀ ਨੂੰ ਪਾਈ ਹੈ। ਇਹ ਸਰਵੇ ਕਰਾ ਲਓ, ਭਾਵੇਂ ਤੁਸੀਂ ਰਾਮਪੁਰੇ ਸ਼ਹਿਰ ਦਾ ਕਰਾ ਲਓ, ਇਹ ਬਿਲਕੁਲ ਸਹੀ ਗੱਲ ਹੈ ਕਿ ਬੀਬੀਆਂ ਸਭ ਤੋਂ ਜ਼ਿਆਦਾ ਵੋਟ ਜੇ ਪਾਈ ਹੈ ਤਾਂ ਬੀਬੀਆਂ ਨੇ ਪਾਈ ਹੈ। ਬੀਬੀਆਂ ਤੋਂ ਇੱਕ ਗੱਲ ਮਲੂਕਾ ਸਾਹਿਬ ਯਾਦ ਆ ਗਈ, ਬੀਬੀਆਂ ਨੇ ਵੀ ਐਸਜੀਪੀਸੀ ਚੋਣ ਦੇ ਵਿੱਚ ਗੁੱਸਾ ਕਰਿਆ। ਉਹਨਾਂ ਨੇ ਬਾਹਰ ਆ ਕੇ ਆਪਣਾ ਜ਼ਾਹਰ ਕਰਿਆ ਵੀ ਸਾਨੂੰ ਕਿਤੇ ਵੀ ਨੁਮਾਇੰਦਗੀ ਨਹੀਂ ਦਿੱਤੀ, ਖਾਸ ਕਰਕੇ ਹਰਜਿੰਦਰ ਕੌਰ ਚੰਡੀਗੜ੍ਹ ਵੱਲੋਂ ਤੇ ਪਰਮਜੀਤ ਕੌਰ ਲਾਂਡਰਾਂ ਵੱਲੋਂ। ਉਹਨਾਂ ਨੇ ਪੂਰਾ ਡਟ ਕੇ ਵਿਰੋਧ ਕੀਤਾ। ਦੇਖੋ ਉਹ ਅੰਦਰਲੇ ਬੰਦਿਆਂ ਦਾ ਕਸੂਰ ਹੈ, ਮੈਂ ਕਹਿੰਦਾ ਇੱਥੇ ਤੁਹਾਡੀ ਟੀਵੀ ਦੇ ਕੋਈ ਦੋ ਨਹੀਂ, ਅੰਦਰਲੇ ਬੰਦਿਆਂ ਦਾ ਉਹ ਗਲਤੀ ਕਹਿ ਲਓ, ਚਾਹੇ ਕਸੂਰ ਕਹਿ ਲਓ, ਚਾਹੇ ਗਲਤੀ ਕਹਿ ਲਓ ਸਾਹਿਬ। ਕਿਉਂਕਿ ਜਦੋਂ ਵੋਟਾਂ ਪਹਿਲਾਂ ਅਸੀਂ 2 ਬੰਦੇ ਲਾ ਕੇ ਚੱਲੇ ਸੀ ਕਿ ਇਹਨਾਂ ਦੇ ਐਗਜ਼ੈਕਟਿਵ 'ਚ 2 ਆਉਣਗੇ ਜੀ, ਵੀ ਇਹਨਾਂ ਨੂੰ ਵੋਟਾਂ 35 ਦੇ ਆਲੇ ਦੁਆਲੇ ਤਾਂ ਅਸੀਂ ਗਿਣਦੇ ਸੀਗੇ ਕਿ 35 ਤਾਂ ਜਾ ਸਕਦੀਆਂ ਨੇ। ਜਦੋਂ ਜੋੜ ਅਸੀਂ ਲਾਉਂਦੇ ਸੀ ਨਾ, ਲੋਕਾਂ ਨੂੰ ਤਾਂ ਅਸੀਂ 20 ਜਾਂ 25 ਕਹਿੰਦੇ ਸੀ ਜਦੋਂ ਗੱਲ ਹੁੰਦੀ ਸੀ, ਪਰ ਸਾਨੂੰ ਪਤਾ ਸੀ ਕਿ 35 ਦੇ ਆਲੇ ਦੁਆਲੇ ਰਹਿਣਗੀਆਂ ਇਹਨਾਂ ਦੀਆਂ ਵੋਟਾਂ। ਪਰ ਜਦੋਂ 42 ਪੈ ਗਈਆਂ, 5-7 ਸਾਡੇ ਤੱਕ ਤੋਂ ਵੱਧ ਪੈ ਗਈਆਂ, ਫਿਰ ਉਹਨਾਂ ਦੇ ਐਗਜ਼ੈਕਟਿਵ 3 ਬਣ ਗਏ ਜੀ। ਜਿੱਥੇ 2 ਬਣਨੇ ਸੀ, 3 ਵਾਲੀ ਹਾਲਾਤ ਪੈਦਾ ਹੋ ਗਏ। 3 ਦੇਣੇ ਪੈਣੇ ਸੀ ਜਦੋਂ ਉਹਨਾਂ ਦੇ ਬਣਦੇ ਸੀਗੇ। ਉਸ ਵੇਲੇ ਚਾਹੀਦਾ ਸੀ ਸਿਆਣਪ ਕਰਦੇ। ਉਸ ਵੇਲੇ ਅੰਦਰ ਕੋਈ ਸਾਡੇ 'ਚ ਤਾਂ ਹੈ ਨਹੀਂ ਸੀਗਾ। ਉਸ ਵੇਲੇ ਕੁਝ ਬੰਦਿਆਂ ਨੇ, ਮੈਨੂੰ ਲੱਗਦਾ ਵੀ ਜਾਂ ਤਾਂ ਗੁੱਸਾ ਕੱਢ ਲਿਆ ਆਪਦਾ, ਜਾਂ ਘਬਰਾਹਟ 'ਚ ਆ ਕੇ ਕਰ ਲਿਆ। ਜਿਹੜੀ ਬੀਬੀ ਹਰਜਿੰਦਰ ਕੌਰ ਦਾ ਨਾਂ 2 ਨੰਬਰ ਤੇ ਲਿਸਟ ਦੇ ਵਿੱਚ ਪਾਇਆ ਵਾ ਸੀ, ਜਿਹੜੀ ਐਗਜ਼ੈਕਟਿਵ ਦੀ ਲਿਸਟ ਹੈ, ਮੈਂ ਦੱਸ ਦਿੰਦਾ ਤੁਹਾਡੇ ਕੋਲੇ। 2 ਨੰਬਰ ਤੇ ਉਹਦਾ ਨਾਂ ਸੀ ਜਿਹੜੀ ਲਿਸਟ ਸੀਗੀ ਐਗਜ਼ੈਕਟਿਵ ਦੀ, ਤੇ ਉਹ ਨਹੀਂ ਸੀ ਕੱਟਣਾ ਚਾਹੀਦਾ। ਬੀਬੀ ਬੜੀ ਸਿਆਣੀ ਹੈ ਹਰਜਿੰਦਰ ਕੌਰ, ਚੰਡੀਗੜ੍ਹ ਵਾਲੇ ਬਹੁਤ ਮਾਹਰ ਨੇ। ਉਹ ਬਿਲਕੁਲ ਸੋਚ ਕੇ ਪਾਰਟੀ ਨੇ ਪਾਈ ਸੀ। ਬੜੀ ਧਾਰਮਿਕ ਰੁਚੀਆਂ ਦੀ ਮਾਲਕ ਆ ਉਹ, ਸਹੀ ਮਾਇਨਿਆਂ 'ਚ ਕੋਈ ਉਹਨੂੰ ਹੈ ਨਹੀਂਗਾ। ਉਹ ਸੱਚੀ ਗੱਲ ਕਹਿ ਦਿੰਦੀ ਹੈ। ਕਿਉਂ ਨਾ ਉਹਦਾ ਕੱਟਿਆ ਗਿਆ, ਕਿਹਨੇ ਕਟਾਇਆ? ਸਾਡੇ 'ਚ ਤਾਂ ਕਿਸੇ ਨੇ ਕਟਾਇਆ ਨਹੀਂ, ਨਾ ਪਾਰਟੀ ਪ੍ਰਧਾਨ ਨੇ ਕਟਾਇਆ, ਨਾ ਅਸੀਂ ਕਟਾਇਆ, ਕਿਉਂਕਿ ਅਸੀਂ ਤਾਂ ਉੱਤੇ ਜਾ ਹੀ ਨਹੀਂ ਸੀ ਸਕਦੇ ਉਦੋਂ, ਤਾਂ ਉਹ ਇਕੱਲੇ ਮੈਂਬਰ ਐਸਜੀਪੀਸੀ ਸੀਗੇ। ਉਹ ਅੰਦਰੋਂ ਕੱਟਿਆ ਗਿਆ, ਉਹ ਗਲਤੀ ਹੋਈ ਆ ਪਾਰਟੀ ਤੋਂ, ਮੈਂ ਸਵੀਕਾਰ ਕਰਦਾ ਇਹਦੇ ਉੱਤੇ। ਬਾਅਦ 'ਚ ਫਿਰ ਜਦੋਂ ਰੌਲਾ ਪਾਇਆ, ਬੀਬੀਆਂ ਦਾ ਹੱਕ ਬਣਦਾ ਸੀ ਰੌਲਾ ਪਾਉਣਾ, ਮੈਂ ਤਾਂ ਕਹਿੰਦਾ ਫਿਰ ਹੱਕ ਸੀ ਉਹਨਾਂ ਦਾ, ਕਿਉਂ ਨਹੀਂ? ਮੈਂ ਤਾਂ ਕਹਿੰਦਾ 2 ਪਾਉਣੀਆਂ ਚਾਹੀਦੀਆਂ ਸੀ ਇੱਕ ਦੀ ਬਜਾਏ, ਐਗਜ਼ੈਕਟਿਵ 'ਚ 2 ਲੈਣੀਆਂ ਚਾਹੀਦੀਆਂ ਸੀ। ਕਿਉਂਕਿ ਕੀ ਫਰਕ ਪੈਂਦਾ ਆਪਾਂ ਨੂੰ? 30% ਬੀਬੀਆਂ ਮੈਂਬਰ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ, ਤੇ 2 ਪਾ ਦਈਏ ਤਾਂ ਕੀ ਹੁੰਦਾ? ਬੀਬੀਆਂ ਕਿਹੜਾ ਸਿਆਣੀਆਂ ਨਹੀਂ ਹੈਗੀਆਂ। ਸੋ ਇਸ ਕਰਕੇ ਇੱਕ ਦਾ ਤਾਂ ਬਿਲਕੁਲ ਇੱਕ ਉਹ ਕੱਟਣੀ ਨਹੀਂ ਸੀ ਬੀਬੀ, ਇੱਕ ਭਾਵੇਂ ਹੋਰ ਪਾ ਦਿੰਦੇ। ਪਰ ਜਦੋਂ ਉਹਨਾਂ ਨੇ ਫਿਰ ਰੌਲਾ ਪਾਇਆ, ਉਹਨਾਂ ਦੀ ਗੱਲ ਜਾਇਜ਼ ਸੀ, ਫਿਰ ਇੱਕ ਬੀਬੀ ਪਾਈ ਇਹਨਾਂ ਨੇ, ਫਿਰ ਵੀ ਪਾਈ। ਜੇ ਪਹਿਲਾਂ ਹੀ ਨਾ ਕੱਟਦੇ ਤੇ ਕੀ ਸੀ? ਉਹ ਗਲਤੀ ਹੋਈ ਆ ਬੰਦਿਆਂ ਤੋਂ ਜਿਨ੍ਹਾਂ ਨੇ ਕੀਤੀ ਆ ਜੀ। ਤੁਸੀਂ ਆਪਾਂ ਜਦੋਂ ਪਿਛਲੀ ਵਾਰ ਮਿਲੇ ਸੀ, ਤੁਸੀਂ ਇੱਕ ਗੱਲ ਬਹੁਤ ਸਾਫ਼ ਤਰੀਕੇ ਨਾਲ ਕਹੀ ਸੀ। ਤੁਸੀਂ ਹੋਰ ਵੀ ਬਹੁਤ ਟੀਵੀ ਚੈਨਲਾਂ ਤੇ ਕਹੀ ਹੈ ਇਹ ਗੱਲ, ਬਹੁਤ ਲੀਡਰਾਂ ਨੇ ਕਹੀ ਹੈ ਹਾਲਾਂਕਿ, ਵੀ ਸੁਖਬੀਰ ਸਿੰਘ ਬਾਦਲ ਵੀ ਤਿਆਰ ਨੇ ਵੀ ਮੈਥੋਂ ਲੈ ਲਓ ਪ੍ਰਧਾਨਗੀ, ਹੋਰ ਕੋਈ ਸਾਂਭ ਲਓ। ਹੁਣ ਕਰਨੈਲ ਸਿੰਘ ਪੰਜੋਲੀ ਨੇ ਆਪਦਾ ਦਾਅਵਾ ਪੇਸ਼ ਕਰ ਦਿੱਤਾ। ਇਉਂ ਨਹੀਂ ਹੁੰਦਾ। ਜਿਵੇਂ ਆਪਾਂ ਪੰਜੋਲੀ ਸਾਹਿਬ ਦੇ ਬਾਰੇ ਮੈਂ ਕੋਈ ਕਹਿਣਾ ਨਹੀਂ ਇੱਥੇ ਟੀਵੀ ਦੇ ਉੱਤੇ। ਤੁਸੀਂ ਕਿਸੇ ਦਿਨ ਜਾ ਕੇ ਉੱਥੇ ਸਾਰੇ ਆਲੇ ਦੁਆਲੇ ਪਤਾ ਕਰਿਆ ਹੋ, ਜਾਂ ਸ਼੍ਰੋਮਣੀ ਕਮੇਟੀ ਦੇ ਪੁੱਛ-ਪਛ, ਮੈਂ ਨਹੀਂ ਇਹ ਗੱਲ 'ਚ ਮੈਂ ਪੈਂਦਾ ਨਹੀਂਗਾ। ਇਉਂ ਨਹੀਂ ਹੁੰਦਾ ਕਿਸੇ ਨੇ ਵੀ ਮੈਂ ਪ੍ਰਧਾਨ ਬਣਨ ਨੂੰ ਤਿਆਰ ਹਾਂ। ਸਵੇਰੇ ਮੈਂ ਕਹਿ ਦਿੰਦਾ ਮੈਂ ਪ੍ਰਧਾਨ ਬਣਨ ਨੂੰ ਤਿਆਰ ਹਾਂ, ਮੈਨੂੰ ਬਣਾ ਦੂਗਾ ਕੋਈ?
ਸਵੇਰੇ ਪਰਸੋਂ ਹੋਰ ਕਹਿ ਦੂਗਾ ਮੈਂ ਪ੍ਰਧਾਨ ਬਣਨ ਨੂੰ ਤਿਆਰ ਬਣਾ ਦੂਗਾ। ਇੱਕ ਸਿਸਟਮ ਆ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿਤਾ ਕਿ ਜਾਂ ਤਾਂ ਕੋਰ ਕਮੇਟੀ ਦੇ ਬੰਦੇ ਕਹਿਣ ਬਹੁਤ ਸੰਮਤੀ, ਜਾਂ ਜ਼ਿਲ੍ਹੇ ਜਥੇਦਾਰਾਂ ਦੀ ਬਹੁਤ ਸੰਮਤੀ ਕਹਿ ਦੇ, ਜਾਂ ਡੈਲੀਗੇਟਾਂ ਦੀ ਬਹੁਤ ਸੰਮਤੀ ਕਹਿ ਦੇ, ਜਾਂ ਵਰਕਿੰਗ ਕਮੇਟੀ ਦੀ ਬਹੁਤ ਸੰਮਤੀ ਕਹਿ ਦੇ, ਜਿਹਦੇ 'ਚ ਇਹ ਲੱਤਾਂ ਭਾਰ ਚੱਲਦੀਆਂ ਨੇ। ਜੇ ਪੰਜੋਲੀ ਦੀਆਂ ਲੱਤਾਂ ਭਾਰ ਚੱਲਦੀਆਂ, ਪੰਜੋਲੀ ਮੈਂਬਰ ਆ ਵਰਕਿੰਗ ਕਮੇਟੀ ਦਾ, ਤੇ ਬੁਲਾ ਲੈ ਵਰਕਿੰਗ ਕਮੇਟੀ। ਜੇ ਉਹਦੇ ਹੱਕ 'ਚ ਵੋਟਾਂ ਪੈ ਗਈਆਂ ਤਾਂ ਫਿਰ ਉਹ ਬਣ ਜੇ, ਕੋਈ ਠਾਉਂਦਾ ਫਿਰ ਬਣ ਜੇ ਪ੍ਰਧਾਨ ਉਹਨੂੰ। ਤੇ ਜੇ ਆਪੇ ਕਹਿੰਦੇ ਮੈਂ ਪ੍ਰਧਾਨ ਬਣਨਾ, ਆਪੇ ਤਾਂ ਕੋਈ ਸੁਣਿਆ ਕਦੇ ਵੀ ਜਿਹੜਾ ਬੰਦਾ ਆਪੇ ਹੀ ਕਹਿੰਦਾ ਮੈਨੂੰ ਪ੍ਰਧਾਨ ਬਣਾ ਦਿਓ, ਕਿੰਨਾ ਕੁ ਕਾਬਲ ਹੋਊਗਾ ਬੰਦਾ ਉਹ। ਤੇ ਜਿਹੜੇ ਪ੍ਰਧਾਨ ਲੋਕਾਂ ਨੂੰ ਬਣਾਉਣ, ਧਾਲੀਵਾਲ ਸਾਹਿਬ ਲੋਕ ਬਣਾਉਣ ਪ੍ਰਧਾਨ, ਲੋਕ ਕਹਿਣਾ ਚੰਗਾ ਬੰਦਾ, ਫਿਰ ਸਵਾਦ ਆਉਂਦਾ ਹੁੰਦਾ। ਪਰ ਜਿਹੜੇ ਲੋਕ ਗੁੱਸੇ ਹੁੰਦੇ ਨੇ ਪਾਰਟੀ ਨਾਲ, ਹਮੇਸ਼ਾ ਇਹ ਕਹਿੰਦੇ ਨੇ ਵੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਆਸੇ-ਪਾਸੇ ਵਾਲੀ ਜੁੰਡਲੀ ਆ ਉਹ ਕੰਮ ਖਰਾਬ ਕਰਕੇ ਰੱਖਦੀ ਹੈ। 3-4 ਬੰਦਿਆਂ ਨੇ ਸਾਰਾ ਕੰਮ ਖਰਾਬ ਕਰ ਰੱਖਿਆ ਹੈਗਾ, ਨਹੀਂ ਅਕਾਲੀ ਦਲ ਦੀ ਸਥਿਤੀ ਹੋਰ ਹੋਣੀ ਸੀ। ਇਹ ਤਾਂ ਹਰੇਕ ਨੂੰ ਕਹਿ ਦੇਣਗੇ, ਧਾਲੀਵਾਲ ਸਾਹਿਬ ਕੋਈ ਹੋਵੇ ਜਿਹਦੇ ਕੋਲੇ ਤਾਕਤ ਹੁੰਦੀ ਹੈ ਨਾ, ਉਹਨੂੰ ਹਰੇਕ ਨੂੰ ਲੋਕ ਕੁਛ ਨਾ ਕੁਛ ਉਹਦੇ ਹੱਕ 'ਚ ਵੀ ਹੁੰਦੇ, ਕੁਛ ਨਾ ਕੁਛ ਉਹਦੇ ਖਿਲਾਫ ਵੀ ਹੁੰਦੇ ਆ। ਇਹ ਤਾਂ ਹਰੇਕ ਨੂੰ ਕਹਿ ਦੇਣਗੇ ਤੈਨੂੰ ਇੱਥੇ ਨਗਰ ਕੌਂਸਲ ਦਾ ਪ੍ਰਧਾਨ ਬਣਾ ਦਿੰਦੇ ਆ ਰਾਮਪੁਰੇ ਦਾ, ਸਵੇਰੇ ਤੇਰੇ ਵੀ 10 ਗਾਲਾਂ ਕੱਢਣ ਵਾਲੇ ਹੋ ਜਾਣਗੇ, ਹੁਣ ਤੈਨੂੰ ਕੋਈ ਨਹੀਂ ਕੁਛ ਕਹਿੰਦਾ। ਸਵੇਰੇ ਤੇਰੇ ਵੀ 10 ਹੋ ਜਾਣਗੇ ਦਾਲੇ ਵੀ ਆਹ ਧਾਲੀਵਾਲ ਨੂੰ ਆਹ ਜੁੰਡਲੀ ਖਰਾਬ ਕਰਦੀ ਹੈ, ਇਹ ਚਿਮਟੀ ਰਹਿੰਦੀ ਹੈ ਸਾਰੀ ਦਿਹਾੜੀ। ਇਹ ਆ ਜਾਂਦੀ ਹੈ, ਉਹ ਵੀ ਆ ਜਾਂਦੇ ਇਹੋ ਜਿਹੇ ਬੰਦੇ, ਜਦੋਂ ਤਾਕਤ ਆਉਂਦੀ ਹੈ ਉਹ ਵੀ ਉਹੋ ਜਿਹੇ ਬੰਦੇ ਵੀ ਕੁਛ ਆ ਜਾਂਦੇ ਆ ਨੇੜੇ, ਆ ਵੀ ਜਾਂਦੇ ਆ। ਲੋਕਾਂ ਦੀ ਗੱਲ ਵੀ ਕੋਈ ਸੱਚੀ ਹੁੰਦੀ ਹੈ, ਉਦੋਂ ਜੋਕਾਂ ਚਿਮਟ ਵੀ ਜਾਂਦੀਆਂ ਕੁਛ ਨਾ ਕੁਛ। ਠੀਕ ਹੈ ਗੱਲ ਲੋਕਾਂ ਦੀ। ਫਿਰ ਜਿਹੜੀਆਂ ਜੋਕਾਂ ਚਿਮਟੀਆਂ ਵੀ ਉਹਨਾਂ ਨੂੰ ਲਾਹੋਗੇ ਕਿਵੇਂ? ਇਹ ਤਾਂ ਜਿਹਨੂੰ ਚਿਮਟੀਆਂ ਉਹ ਲਾਹੇ, ਮੇਰੇ ਨਾਲ ਤਾਂ ਕੋਈ ਹੈ ਨਹੀਂ ਚਿਮਟੀ, ਮੇਰੇ ਕੋਲ ਹੈਗੀ, ਮੈਨੂੰ ਕਿਸੇ ਵੇਲੇ ਕੰਨ 'ਚ ਦੱਸ ਦਿਓ ਮੈਂ ਤਾਂ ਲਾ ਦੂੰਗਾ। ਜੇ ਕੋਈ ਮੈਨੂੰ ਲੱਗੀ ਕੋਈ, ਜੇ ਮੈਨੂੰ ਤੁਸੀਂ ਉਹ ਨਹੀਂ ਦੱਸਣਾ ਕੰਨ 'ਚ ਦੱਸ ਦਿਓ, ਜੇ ਮੈਨੂੰ ਸ਼ਾਇਦ ਨਾ ਪਤਾ ਹੋਵੇ ਮੈਂ ਤਾਂ ਲਾ ਦੂੰਗਾ। ਜੇ ਕੋਈ ਤੁਸੀਂ ਮੇਰੀ ਤਸੱਲੀ ਕਰਾ ਦੋਗੇ ਕਿ ਆਹ ਜੋਕ ਗਲਤ ਹੈ। ਜੇ ਪਾਰਟੀ ਪ੍ਰਧਾਨ ਦੇ ਤੁਸੀਂ ਸ਼ੁਭ ਚਿੰਤਕ ਹੋ ਤਾਂ ਤੁਹਾਨੂੰ ਮਦਦ ਤਾਂ ਕਰਨੀ ਚਾਹੀਦੀ ਹੈ। ਮੈਂ ਅਕਾਲੀ ਦਲ ਦਾ ਸ਼ੁਭ ਚਿੰਤਕ ਹਾਂ, ਸਮਝ ਲਓ ਤੁਸੀਂ। ਜਿਹੜਾ ਵੀ ਪ੍ਰਧਾਨ ਹੋਊਗਾ ਮੈਂ ਉਹਦਾ ਹੀ ਸ਼ੁਭ ਚਿੰਤਕ ਹਾਂ, ਕੋਈ ਹੋਵੇ ABC। ਮੈਂ ਛੋਟੀ ਉਮਰ ਤੋਂ ਬਾਲ ਸਾਹਿਬ ਦੇ ਨਾਲ ਜੁੜਿਆ, ਮੈਨੂੰ ਬਾਲ ਸਾਹਿਬ ਨੇ ਪਿਆਰ ਵੀ ਬਹੁਤ ਦਿੱਤਾ ਜੀ। ਮੇਰੀ ਕਦੇ ਗੱਲ ਉਹਨਾਂ ਨੇ ਮੋੜੀ ਨਹੀਂ ਜ਼ਿੰਦਗੀ ਦੇ ਵਿੱਚ, ਜੋ ਮੈਂ ਕਹਿ ਤਾ। ਤੇ ਨਾ ਮੈਂ ਕਦੇ ਲਾਲਚ ਮੰਗਿਆ ਮੈਂ ਤੁਹਾਡੇ ਕੋਲੇ ਕਹਿ ਦਿਆਂ, ਪਰ ਮੈਨੂੰ ਜਿੰਨਾ ਮੇਰਾ ਹੱਕ ਸੀ ਉਹ ਦਿੱਤਾ, ਮੈਨੂੰ ਕੋਈ ਲੁਕੋ ਨਹੀਂ ਰੱਖਿਆ, ਪੂਰਾ ਵੱਧ ਹੀ ਦਿੱਤਾ ਹੋਊਗਾ। ਮੈਂ ਸੰਤੁਸ਼ਟ ਰਹਿਣਾ ਹਮੇਸ਼ਾ। ਮੈਂ ਜਿਵੇਂ ਤੁਹਾਨੂੰ ਦੱਸਿਆ, ਮੈਂ ਛੋਟੀ ਉਮਰ 'ਚ 25-26 ਸਾਲ ਦਾ ਸੀ ਜਦੋਂ ਉਹਨਾਂ ਨਾਲ ਜੁੜ ਗਿਆ ਸੀ। ਛੋਟੀ ਉਮਰ 'ਚ ਮੈਂ ਜੇਲ੍ਹਾਂ ਕੱਟਣੀਆਂ ਸ਼ੁਰੂ ਕਰਤੀਆਂ ਸੀ, ਐਮਰਜੈਂਸੀ ਤੋਂ ਆਪਦਾ ਜੀਵਨ ਸ਼ੁਰੂ ਕੀਤਾ। ਫਿਰ ਚੱਲ ਸੋ ਚੱਲ, ਮਾੜੇ ਦਿਨ ਵੀ ਬੜੇ ਵੇਖੇ, ਚੰਗੇ ਵੀ ਬੜੇ ਵੇਖੇ, ਠੀਕ ਹੈ ਕਿ ਨਹੀਂ। ਉਹਨਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਬਾਲ ਸਾਹਿਬ ਦੇ, ਮੈਂ ਉਹਨਾਂ ਦੇ ਨਾਲ ਹੀ ਖੜਾ ਹੈਗਾ। ਉਦੋਂ ਬਾਅਦ ਹੁਣ ਸੁਖਬੀਰ ਜੀ ਪ੍ਰਧਾਨ ਨੇ ਪਾਰਟੀ ਦੇ, ਸੁਖਬੀਰ ਜੀ ਨੇ, ਕੱਲ੍ਹ ਨੂੰ ਕੋਈ ਹੋਰ ਪ੍ਰਧਾਨ ਆ ਜਾਊਗਾ, ਆਪਾਂ ਉਹਦੇ ਨਾਲ, ਜਿਹੜਾ ਵੀ ਪਾਰਟੀ ਦਾ ਪ੍ਰਧਾਨ ਹੋਊਗਾ ਸਾਡੀ ਡਿਊਟੀ ਹੈ ਉਹਦੇ ਨਾਲ ਚੱਲੀਏ। ਜੇ ਸਾਡਾ ਮਤਭੇਦ ਹੋਊਗਾ ਆਪਦੇ ਘਰੇ ਬਹਿ ਜਾਾਂਗੇ ਛੱਡ ਕੇ, ਹੋਰ ਕੀ ਫਿਰ ਨਾ ਚੱਲਾਂਗੇ। ਜੇ ਸਾਨੂੰ ਨਾ ਕੋਈ ਚੰਗਾ ਲੱਗੂਗਾ, ਅਸੀਂ ਪਾਰਟੀ ਦੇ ਪ੍ਰਧਾਨ ਨਾਲ ਹੈ, ਪਾਰਟੀ ਪ੍ਰਧਾਨ ਕੋਈ ਵੀ ਹੋਵੇ ਉਹਦੇ ਨਾਲ ਹੀ ਰਹਿਣਾ, ਹਮੇਸ਼ਾ ਉਹਦੇ ਨਾਲ ਰਹੇ ਹਾਂ। ਕੋਈ ਚੰਗੀ ਹੁੰਦੇ ਪ੍ਰਧਾਨ ਦੇ ਨਾਲ ਰਾਇ ਦਿੱਤੀ ਹੈ ਠੋਕ ਕੇ ਪਾਰਟੀ ਦੇ ਵਿੱਚ, ਕਦੇ ਰਾਇ ਦੇ ਵਿੱਚ ਨਹੀਂ ਕਮਜ਼ੋਰੀ ਵਿਖਾਈ ਕਦੇ ਵੀ। ਭਾਵੇਂ ਕਈ ਵਾਰੀ ਪ੍ਰਧਾਨ ਨੂੰ ਵੀ ਸ਼ਾਇਦ ਮੇਰੀ ਗੱਲ ਤੇ ਗੁੱਸਾ ਆ ਜਾਂਦਾ ਹੋਵੇ, ਜਾਂ ਹੋਰ ਵੀ ਕਿਸੇ ਨੂੰ ਆ ਜਾਂਦਾ ਹੋਵੇ, ਮੈਂ ਨਹੀਂ ਕਦੇ ਲੁਕੋ। ਮੈਨੂੰ, ਮੈਂ ਦੱਸਦਾ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, 97 ਦੀ ਮੈਂ ਪਹਿਲੀ ਵਾਰ ਮਿਨਿਸਟਰ ਬਣਿਆ 97 'ਚ। ਨਾ ਮੈਂ, ਤੁਸੀਂ ਹੈਰਾਨ ਹੋਗੇ, ਮੈਂ ਟਿਕਟ ਵੀ ਨਹੀਂ ਸੀ ਮੰਗੀ ਆਪਦੀ, ਵਜ਼ੀਰੀ ਵੀ ਨਹੀਂ ਮੰਗੀ ਸੀ। ਮੈਂ ਰਿਕਾਰਡ ਆ, ਬਾਲ ਸਾਹਿਬ ਜਿਉਂਦੇ ਬੈਠੇ ਨੇ, ਮੈਨੂੰ ਸਾਰੇ ਮੇਰੇ ਭਰਾ ਲੜਨ, ਤੂੰ ਟਿਕਟਾਂ ਸਾਰਿਆਂ ਦੀਆਂ ਅਨਾਊਂਸ ਹੋਈ ਜਾਂਦੀਆਂ, ਆਪਣੀ ਨਹੀਂ ਹੁੰਦੀ। ਮੈਂ ਕਿਹਾ ਯਾਰ ਜੇ ਆਪਣੀ ਕਰਮਾਂ 'ਚ ਹੋਈ, ਜਾਂ ਆਪਾਂ ਨੂੰ ਚੰਗਾ ਸਮਝਦੇ ਹੋਏ ਹੋ ਜੂਗੀ, ਮੈਂ ਤਾਂ ਕਹਿਣਾ ਨਹੀਂ ਜਾ ਕੇ। ਟਿਕਟ ਅਨਾਊਂਸ ਹੋਈ, ਵਜ਼ੀਰੀ ਬਾਰੇ ਮੈਨੂੰ ਪਤਾ ਹੀ ਨਹੀਂ ਸੀ। ਸਾਰਿਆਂ ਨੂੰ ਉੱਥੋਂ ਕਾਰਡ ਜੇ ਦਿੰਦੇ ਹੁੰਦੇ ਆ ਗਵਰਨਰ ਹਾਊਸ ਜਾਣ ਵਾਸਤੇ, 5-5 4-4 ਰੁਪਏ MLA ਆਪਦੇ ਰਿਸ਼ਤੇਦਾਰਾਂ ਨੂੰ ਸੱਦ ਲਏ, ਮੈਂ ਉਹ ਵੀ ਨਹੀਂ ਚੱਕਿਆ ਸੀ ਇੱਕ ਵੀ। 12 ਵਜ ਗਏ ਰਾਤ ਨੂੰ, ਮੈਂ ਸੀ, ਭੁੰਦਰ ਸਾਹਿਬ ਸੀ, ਚੀਫ ਸੈਕਟਰੀ ਸੀ, ਬਾਲ ਸਾਹਿਬ ਸੀ। ਇਹ ਰਿਕਾਰਡ ਹੈ, ਗਵਾਹ, ਸਾਰੇ ਬੰਦੇ ਜਿਉਂਦੇ ਨੇ ਜੀ। ਮੈਨੂੰ 12 ਵਜੇ ਬਾਲ ਸਾਹਿਬ ਕਹਿੰਦੇ ਤੂੰ ਆਪਦੇ ਰਿਸ਼ਤੇਦਾਰਾਂ ਨੂੰ ਕਹਿ ਤਾ? ਮੈਂ ਕਿਹਾ ਜੀ ਕਾਹਦੇ ਵਾਸਤੇ? ਕਹਿੰਦੇ ਵਜ਼ੀਰੀ ਵਾਸਤੇ। ਮੈਂ ਕਿਹਾ ਜੀ ਮੈਨੂੰ ਤਾਂ ਪਤਾ ਹੀ ਨਹੀਂ। ਕਹਿੰਦੇ ਤੈਨੂੰ ਪਤਾ ਨਹੀਂ? ਮੈਂ ਕਿਹਾ ਮੈਨੂੰ ਕੀ ਪਤਾ, ਤੁਸੀਂ ਕਿਹਾ ਹੀ ਨਹੀਂ। ਤੇ ਮੈਂ ਕਿ ਮੈਂ ਤਾਂ ਉੱਥੋਂ ਕਾਰਡ ਜਾ ਵੀ ਨਹੀਂ ਚੱਕਿਆ ਕੋਈ, ਜਿਹੜੇ ਲੋਕ ਚੱਕੀ ਜਾਂਦੇ ਆ। ਕਿਉਂ? ਕਹਿੰਦੇ ਫਿਰ ਕਿਉਂ? ਮੈਂ ਕਿਹਾ ਜੀ ਮੈਂ ਪਹਿਲੀ ਵਾਰ ਜਿੱਤਿਆ, ਮੇਰਾ ਰਾਈਟ ਹੀ ਨਹੀਂ ਬਣਦਾ ਵਜ਼ੀਰ ਬਣਨ ਦਾ। ਪਹਿਲੀ ਵਾਰ ਜਿੱਤ ਕੇ ਥੋੜ੍ਹਾ ਰਾਈਟ ਬਣਦਾ। ਮੈਨੂੰ ਕਹਿੰਦੇ ਬਠਿੰਡੇ ਤੁਸੀਂ ਸਾਰੇ ਪਹਿਲੀ ਵਾਰ ਜਿੱਤੇ ਆ ਜਿੰਨੇ ਹੈਗੇ, ਤੇ ਤੂੰ ਸਾਰਿਆਂ ਤੋਂ ਸੀਨੀਅਰ ਹੈ, ਤੂੰ ਜ਼ਿਲ੍ਹੇ ਦਾ ਪ੍ਰਧਾਨ ਵੀ ਹੈ ਤੇ ਸਾਰਿਆਂ ਤੋਂ ਸੀਨੀਅਰ ਹੈ, ਹੁਣ ਬਠਿੰਡੇ ਦਾ ਬੰਦਾ ਵਜ਼ੀਰ ਤਾਂ ਬਣਾਉਣਾ ਹੀ ਸੀਗਾ। ਫਿਰ ਮੈਂ ਕਿਹਾ ਜਿਵੇਂ ਤੁਸੀਂ ਦਿਨੇ ਦੱਸਦੇ, ਕਹਿੰਦੇ ਤੂੰ ਪੁੱਛ ਲੈਂਦਾ। ਮੈਂ ਕਿਹਾ ਜੀ ਮੈਂ ਤਾਂ ਨਹੀਂ ਪੁੱਛਿਆ, ਮੇਰਾ ਰਾਈਟ ਹੀ ਨਹੀਂ ਬਣਦਾ, ਤੁਸੀਂ ਐਵੇਂ ਆਖੋਗੇ ਵੀ ਇਹ ਕੀ ਕਰਦਾ ਫਿਰਦਾ। ਕਹਿੰਦੇ ਚੱਲ ਕੋਈ ਨਹੀਂ, ਤੂੰ ਟੈਲੀਫੋਨ ਕਰ ਹੁਣ ਇੱਥੋਂ, ਮੇਰੇ ਟੈਲੀਫੋਨ ਤੋਂ ਕਰ, ਘਰੇ ਟੈਲੀਫੋਨ। ਇਹ ਹੈਪੀ ਹੋਰੀ ਵੀ ਗਵਾਹ ਹੈ ਉਸ ਗੱਲ ਦੇ। ਮੈਂ ਜਦੋਂ ਮਲੂਕੇ ਟੈਲੀਫੋਨ ਕੀਤਾ, ਤੁਸੀਂ ਹੈਰਾਨ ਹੋਵੋਗੇ, 100 ਬੰਦਾ ਘਰੇ ਬੈਠਾ ਆਪਣੇ ਜੀ। ਤੇ ਮੈਨੂੰ ਕਹਿੰਦੇ ਬਣ ਗਿਆ ਕੰਮ? ਉਹ ਮੈਂ ਕਿਹਾ ਯਾਰ ਕੰਮ ਤਾਂ ਬਣ ਗਿਆ, ਵੀ ਰਾਤ ਦੇ 12 ਵਜ ਗਏ ਤੁਸੀਂ ਡੀਕੀ ਜਾਂਦੇ ਆ। ਕਹਿੰਦੇ ਸਾਨੂੰ ਆਏ ਸੀ ਵੀ ਬਣੂਗਾ ਆਪਣਾ ਕੰਮ, ਪਰ ਹੁਣ ਦਿਲ ਛੱਡ ਗਏ ਸੀ ਅਸੀਂ ਵੀ 12 ਵਜ ਗਏ ਹੁਣ ਨਹੀਂ ਬਣਦਾ ਕੰਮ। ਫਿਰ ਮੈਂ ਰਾਮਪੁਰੇ ਟੈਲੀਫੋਨ ਕੀਤਾ, ਆਪਣੇ ਵਕੀਲ ਦੇ ਘਰੇ, ਕਿੰਨੇ ਇਹ ਸੇਠ ਬੈਠੇ ਸਾਰੇ ਆਪਣੇ, ਇਹ ਵੀ ਕਹਿੰਦੇ ਹੈਰਾਨ ਜੇ ਸੀ ਵੀ ਹੁਣ ਤਾਂ ਨਹੀਂ ਇਦੂਗਾ ਨਹੀਂ ਵੀ ਹੁਣ ਬਣ ਗਿਆ। ਮੈਂ ਕਿਹਾ ਬਣ ਗਿਆ ਕੰਮ, ਚਲਾ ਜਾਓ ਤੁਸੀਂ। ਜਿਹੜੀ ਮੈਂ ਇਹੋ ਜਿਹੀਆਂ ਗੱਲਾਂ ਸੀਗੀਆਂ ਸਾਰੀਆਂ ਜੋ ਪਾਰਟੀ ਦੇ ਵਿੱਚ। ਆਪਾਂ ਕਦੇ, ਪਾਰਟੀ ਨੇ ਬਥੇਰਾ ਇੱਜ਼ਤ ਮਾਨ ਦਿੱਤਾ, ਮੈਂ ਮੰਗਿਆ ਕਦੇ ਹੈ ਹੀ ਨਹੀਂ ਗਾ, ਤੇ ਨਾ ਪਾਰਟੀ ਨੇ ਕਦੇ ਆਪਣੇ ਤੋਂ ਲੁਕੋ ਕੇ ਰੱਖਿਆ ਕੁਛ। ਮਲੂਕਾ ਸਾਹਿਬ ਜਾਂਦੇ ਜਾਂਦੇ ਲਾਸਟ ਸਵਾਲ, ਜਗਮੀਤ ਸਿੰਘ ਬਰਾੜ ਤੇ ਕਾਰਵਾਈ ਹੋਊਗੀ? ਨਹੀਂ, ਵੇਖੋ ਕਾਰਵਾਈ ਉਹ ਤੋਂ ਜਵਾਬ ਮੰਗਣਾ ਸੀ ਉਹਨਾਂ ਤੋਂ, ਜਿਹੜਾ ਉਹਦਾ ਜਵਾਬ ਆਇਆ ਉਹ ਤੇ ਅਸੀਂ ਸੰਤੁਸ਼ਟ ਨਹੀਂ ਹੈਗੇ। ਜਦ ਤਾਂ ਉਹਨੂੰ ਸੱਦਾਂਗੇ ਅਸੀਂ ਜੀ, ਆਮਣੋ ਸਾਹਮਣੇ ਬੈਠ ਕੇ ਸੁਣਾਂਗੇ। ਕਈ ਵਾਰੀ ਬੰਦਾ ਆਉਂਦਾ ਵੀ ਮੈਨੂੰ ਸੁਣਿਆ ਨਹੀਂ, ਜਿਵੇਂ ਬੀਬੀ ਜੰਗੀਰਪੁਰ ਕਹਿੰਦੀ ਸੀ,
ਜੇ ਉਹ ਤਸੱਲੀ ਕਰਾ ਦੂਗਾ, ਕੋਈ ਜ਼ਰੂਰੀ ਤਾਂ ਨਹੀਂ ਵੀ ਅਸੀਂ ਹਰੇਕ ਬੰਦੇ ਨੂੰ ਪਾਰਟੀ 'ਚੋਂ ਕੱਢਣਾ। ਇਹ ਥੋੜ੍ਹਾ ਡਿਊਟੀ ਹੈ ਸਾਡੀ ਵੀ ਅਸੀਂ ਪਾਰਟੀ 'ਚੋਂ ਬੰਦਿਆਂ ਨੂੰ ਕੱਢੀਏ। ਅਸੀਂ ਤਾਂ ਜਗੀਰ ਕੌਰ ਨੂੰ ਵੀ ਨਹੀਂ ਕੱਢ ਕੇ ਰਾਜੀ ਸੀਗੇ, ਅਨਸਰ ਦੇ ਨੂੰ ਕੱਢਿਆ ਸੀ ਤਾਂ ਜਦੋਂ ਜਮੇ ਹੀ ਹਜਲੇ BC ਲਈ ਸਾਰੇ ਫੇਲ ਹੋ ਗਏ। ਬੀਬੀ ਜਵਾਬ ਹੀ ਦੇ ਗਏ। ਤੁਸੀਂ ਹੈਰਾਨ ਹੋਵੋਗੇ, ਜਦੋਂ 12 ਵਜੇ ਦਾ ਟਾਈਮ ਦਿੱਤਾ ਉੱਥੇ, ਮੈਂ ਫਿਰ ਵੀ ਜਦੋਂ 12 ਵੱਜ ਗਏ ਸੀ ਉਦੋਂ ਹੀ ਫੈਸਲਾ ਕਰ ਸਕਦੇ ਸੀ। ਮੈਂ ਫਿਰ ਵੀ ਆਪਦੇ ਸੈਕਟਰੀ ਤੋਂ ਟੈਲੀਫੋਨ ਕਰਾਇਆ ਬੀਬੀ ਨੂੰ ਵੀ ਬੀਬੀ ਨੂੰ ਟੈਲੀਫੋਨ ਕਰ, ਪਤਾ ਕਰ ਕਿੱਥੇ ਨੇ। ਬੀਬੀ ਦੇ ਜਵਾਈ ਨੇ ਚੱਕਿਆ ਟੈਲੀਫੋਨ, ਉਹ ਕਹਿੰਦਾ ਜੀ ਮੈਂ ਕਰਾਉਣਾ ਗੱਲ ਬੀਬੀ ਜੀ ਨਾਲ। 15 ਮਿੰਟ ਉਹਨੇ ਗੱਲ ਨਾ ਕਰਾਈ। ਫਿਰ ਅਸੀਂ ਦੁਬਾਰਾ ਟੈਲੀਫੋਨ ਕੀਤਾ, ਫਿਰ ਉਹਦੇ PA ਨੇ ਚੱਕਿਆ। ਉਹ PA ਨਾਲ ਮੇਰੀ ਗੱਲ ਕਰਾਈ। ਮੈਂ ਕਿਹਾ ਵੀ ਤੁਸੀਂ ਕਦੋਂ ਘਰ ਆ ਰਹੇ ਆ, ਅਸੀਂ ਵੇਟ ਕਰੀ ਜਾਂਦੇ ਹਾਂ ਤੁਹਾਡੀ। ਉਹ ਕਹਿੰਦੇ ਜੀ ਅਸੀਂ ਬੇਗੋਵਾਲ ਹੀ ਹਾਂ ਅਤੇ ਅਸੀਂ ਨਹੀਂ ਆ ਰਹੇ, ਤੁਸੀਂ ਆਪਦੀ ਕਾਰਵਾਈ ਜੋ ਕਰਨੀ ਹੈ ਕਰ ਲਓ, ਅਸੀਂ ਨਹੀਂ ਆਉਣਾ ਤੁਹਾਡੇ ਕੋਲ। ਫਿਰ ਅਸੀਂ ਕਾਰਵਾਈ ਕੀਤੀ ਹੈ, ਛੇਤੀ ਕੀਤੀ ਨਹੀਂ ਕੀਤੀ। ਸੋ ਜਗਮੀਤ ਜੀ ਨੂੰ ਅਸੀਂ ਸੁਣਾਂਗੇ ਸੱਦ ਕੇ, ਜੋ ਪਾਰਟੀ ਦੀ ਤਸੱਲੀ ਕਰਾ ਦੂਗਾ ਕਿ ਮੈਂ ਕੋਈ ਨਹੀਂ ਗਲਤੀ ਕੀਤੀ ਜਾਂ ਮੈਂ, ਤੇ ਫਿਰ ਕੋਈ ਇਹ ਕੋਈ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਕੱਢਣਾ ਹੀ ਹੈ ਪਾਰਟੀ ਦੇ ਵਿੱਚ। ਪਾਰਟੀ ਦੇ ਜੋੜੀ ਦਾ ਹੁੰਦਾ, ਤੋੜੀ ਦਾ ਥੋੜ੍ਹਾ ਹੁੰਦਾ ਪਾਰਟੀ ਦੇ ਵਿੱਚ ਕਰਕੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਣ ਲੱਗਿਆ ਸੀ, ਵਿੱਚੇ ਰਹਿ ਗਈ ਆਪਣੀ। ਉਦੋਂ ਜਦੋਂ ਮੈਂ 97 ਵਿੱਚ ਮਿਨਿਸਟਰ ਬਣਿਆ ਨਾ, ਕੈਬਨਿਟ ਮੀਟਿੰਗ ਹੋਈ ਪਹਿਲੀ ਜੀ। ਇੱਕ ਨਵਾਂ ਚੰਡੀਗੜ੍ਹ ਹੁਣ ਵੀ ਬਣ ਰਿਹਾ, ਉਦੋਂ ਵੀ ਚੰਡੀਗੜ੍ਹ ਬੇਅੰਤ ਸਿੰਘ ਬਣਾਉਂਦਾ ਸੀਗਾ, ਸਰਦਾਰ ਬੇਅੰਤ ਸਿੰਘ ਚੰਡੀਗੜ੍ਹ ਨਵਾਂ ਚੰਡੀਗੜ੍ਹ ਬਣਾਉਂਦੇ ਸੀਗੇ। ਤੇ ਅਸੀਂ ਵਿਰੋਧ ਕੀਤਾ ਸੀ ਪਾਰਟੀ ਨੇ ਵੀ ਨਹੀਂ ਬਣਨਾ ਚਾਹੀਦਾ, ਇੱਥੇ ਧੱਕਾ ਹੈ, ਲੋਕਾਂ ਦੀਆਂ ਜ਼ਮੀਨਾਂ ਉਜਾੜਦੇ ਆ, ਧੱਕਾ ਕਰਦੇ ਆ। ਤੇ ਬਾਲ ਸਾਹਿਬ ਨੇ ਬਿਆਨ ਦਿੱਤਾ ਸੀ ਵੀ ਜੇ ਨਵਾਂ ਚੰਡੀਗੜ੍ਹ ਬਣਾਇਆ ਅਸੀਂ ਖੂਨ ਦੀਆਂ ਨਦੀਆਂ ਬਹਾ ਦਿਆਂਗੇ, ਅਸੀਂ ਨਹੀਂ ਬਣ ਦੇਣਾ ਇਹ, ਲੋਕਾਂ ਨਾਲ ਧੱਕਾ ਹੈ, ਜ਼ਮੀਨਾਂ ਧੱਕੇ ਨਾਲ ਕਬਜ਼ੇ 'ਚ ਕਰਦੀ ਹੈ ਸਰਕਾਰ। ਉਹ ਟ੍ਰਿਬਿਊਨ ਵਗੈਰਾ ਸਾਰਿਆਂ 'ਚ ਪਹਿਲੇ ਪੇਜ ਤੇ ਫੋਟੋ ਲੱਗੀ ਸੀ ਬਾਲ ਸਾਹਿਬ ਦੀ ਜੀ। ਜਦੋਂ ਸਾਡੀ ਕੈਬਨਿਟ ਆ ਗਈ, ਤੁਸੀਂ ਅਫਸਰ ਵੇਖ ਕਿਵੇਂ ਕਰਦੇ ਨੇ, ਕਿਵੇਂ ਸਾਥੋਂ ਗਲਤ ਕੰਮ ਕਰਾਉਂਦੇ ਨੇ ਜਾਂ ਆਪਦਾ ਮਨ ਬਣਾ ਲੈਂਦੇ ਨੇ ਜਿੱਥੇ ਇਹਨਾਂ ਦਾ ਲਾਲਚ ਹੁੰਦਾ ਅਫਸਰਾਂ ਦਾ, ਕਿਉਂਕਿ ਅਫਸਰਾਂ ਦੀਆਂ ਉੱਥੇ ਕਾਫੀ ਜ਼ਮੀਨਾਂ ਸੀ। ਜਦੋਂ ਸਾਡੀ ਸਰਕਾਰ ਆਈ ਤੇ ਸਾਡੀ ਕੈਬਨਿਟ 'ਚ ਵੀ ਉਹ ਏਜੰਡਾ ਆ ਗਿਆ ਵੀ ਚੰਡੀਗੜ੍ਹ ਬਣਾਉਣਾ ਜੀ, ਨਵਾਂ ਚੰਡੀਗੜ੍ਹ। ਜਦੋਂ ਨਵਾਂ ਚੰਡੀਗੜ੍ਹ ਆ ਗਿਆ, ਮੈਂ ਏਜੰਡਾ ਪੜ੍ਹ ਕੇ ਤੇ ਟ੍ਰਿਬਿਊਨ ਅਖਬਾਰ ਭਾਲ ਕੇ ਨਾ ਉਦੋਂ ਵਾਲਾ ਤੇ ਮੈਂ ਲੈ ਗਿਆ ਨਾਲ, ਜਿੱਤੇ ਬਾਲ ਸਾਹਿਬ ਦੀ ਫੋਟੋ ਲੱਗੀ ਸੀ। ਤੇ ਜਦੋਂ ਹਾਂ ਜੀ ਇਹ ਤਾਂ ਬਹੁਤ ਚੰਗਾ ਕੰਮ ਹੈ, ਬਹੁਤ ਚੰਗਾ ਕੰਮ ਹੈ, ਸਾਰਿਆਂ ਦੇ ਤਾੜੀ 'ਚ ਹੀ ਮਾਰਤੀ ਵੀ ਨਵਾਂ ਚੰਡੀਗੜ੍ਹ ਬਣਦਾ, ਬਣ ਦਿਓ। ਸਾਡੇ ਬੰਦਿਆਂ ਨੂੰ ਵੀ ਸ਼ਾਇਦ ਹੁੰਦਾ ਵੀ ਕੋਈ ਆਪਾਂ ਵੀ ਪਲਾਟ ਲੈ ਲਾਂਗੇ, ਵਿੱਚ ਕੋਠੀ ਪਾ ਲਾਂਗੇ ਜਾਂ ਘਰ ਪਾ ਲਾਂਗੇ ਜਾਂ ਹੋਰ ਕੁਝ ਕਰ ਲਾਂਗੇ। ਤੇ ਮੈਂ ਕਿਹਾ ਜੀ ਮੈਂ ਤੇ ਬੋਲਣਾ, ਮੈਨੂੰ ਕਹਿੰਦੀ ਇਹ ਤਾਂ ਵਧੀਆ ਕੰਮ ਹੈ, ਇਹਦੇ ਤੇ ਕੀ ਬੋਲਣਾ, ਇਹ ਤਾਂ ਚੰਗਾ ਕੰਮ ਹੈ। ਸਾਰੇ ਹੀ ਕਹਿੰਦੇ ਯਾਰ ਇਹਦੇ ਤੇ ਕੀ ਬੋਲਣਾ, ਪਾਸ ਕਰੋ ਸਰਬਸੰਮਤੀ ਨਾਲ। ਮੈਂ ਕਿਹਾ ਮੈਂ ਕਦੋਂ ਕਿਹਾ ਮਾੜਾ, ਮਾੜਾ ਤਾਂ ਮੈਂ ਕਿਹਾ ਹੀ ਨਹੀਂ, ਤੁਸੀਂ ਪਹਿਲਾਂ ਹੀ ਮੈਨੂੰ ਟੋਕਣ ਲੱਗ ਗਏ। ਮੇਰੀ ਸੁਣਤਾ ਲਓ, ਫਿਰ ਜੋ ਮਰਜ਼ੀ ਕਰ ਲਿਓ। ਮੈਂ ਕਿਹਾ ਬਾਲ ਸਾਹਿਬ ਆ ਅਖਬਾਰ ਪੜ੍ਹਿਓ। ਉਹ ਅਖਬਾਰ ਮੂਹਰੇ ਕਰਤਾ ਜੀ, ਤੇ ਬਾਲ ਸਾਹਿਬ ਦਾ ਜੇ ਚੰਡੀਗੜ੍ਹ ਬਣਾਇਆ ਸੀ ਖੂਨ ਨਾਲ ਨਦੀਆਂ ਬਹਾ ਦਿਆਂਗੇ। ਬਾਲ ਸਾਹਿਬ ਟਰਵਾਨ ਵੇਖ ਕੇ ਟ੍ਰਿਬਿਊਨ ਪੜ੍ਹ ਕੇ ਫੋਟੋ ਵੇਖ ਕੇ ਉਹਦੀ ਯਾਦ ਆ ਗਈ ਉਹਨਾਂ ਦੀ ਗੱਲ। ਕਹਿੰਦੇ ਡੈਫਰ ਕਰ ਦਿਓ ਏਜੰਡਾ, ਯਾਰ ਨਹੀਂ ਕਰਨਾ ਇਹ ਪਾਸ। ਜਦੋਂ ਮੈਂ ਬਾਹਰ ਆਇਆ ਮੇਰੇ ਕਿੰਨੇ ਹੀ ਬੰਦੇ ਗੱਲ ਪੈ ਗਏ, ਅਫਸਰ ਵੀ ਗੱਲ ਪੈ ਗਏ। ਗਲਤ ਤਾਂ ਕੀ ਪੈਣਾ, ਜਿਹੜੀ ਲਾਗੇ ਸਮਝਾਉਣ ਜੇ ਜਿਵੇਂ ਹੁੰਦਾ, ਕਿਉਂਕਿ ਮੈਂ ਤਾਂ ਨਵਾਂ ਸੀ, ਪਹਿਲੀ ਵਾਰੀ MLA ਬਣਿਆ, ਪਹਿਲੀ ਵਾਰੀ ਵਜ਼ੀਰ ਬਣ ਗਿਆ, ਪਹਿਲੀ ਕੈਬਨਿਟ 'ਚ ਗਿਆ, ਪੰਗਾੜਾ ਤਾਂ ਜਾ ਕੇ ਉੱਥੇ। ਤੇ ਮੈਨੂੰ ਕਹਿੰਦੇ ਤੈਨੂੰ ਪਤਾ ਨਹੀਂ ਤੂੰ ਮੁੱਖ ਮੰਤਰੀ ਦੇ ਏਜੰਡਾ ਐਂ ਕਰਤਾ, ਤੈਨੂੰ ਸਰਕਾਰ 'ਚੋਂ ਕੱਢ ਸਕਦੇ ਆ। ਮੈਂ ਕਿਹਾ ਯਾਰ ਬਾਲ ਸਾਹਿਬ ਨਾਲ ਮੇਰਾ ਪਿਆਰ ਹੈ, ਮੈਨੂੰ ਕੋਈ ਨਹੀਂ, ਮੈਨੂੰ ਜਦੋਂ ਮਰਜ਼ੀ ਕੱਢ ਦੇਣ, ਕਹਿ ਦੇਣ ਲੈ ਲੈਣ, ਉਹਨਾਂ ਦੀ ਹੈ ਵਜ਼ੀਰੀ, ਮੇਰੀ ਨਹੀਂ ਹੈਗੀ ਵਜ਼ੀਰੀ, ਉਹਨਾਂ ਨੇ ਦਿੱਤੀ ਹੈ, ਉਹਨਾਂ ਦੀ ਹੈ, ਜਦੋਂ ਮਰਜ਼ੀ ਲੈ ਲੈਣ। ਮੈਂ ਕਿਹਾ ਕੈਬਨਿਟ ਕਾਹਦੇ ਵਾਸਤੇ ਹੁੰਦੀ ਹੈ, ਮੈਨੂੰ ਇਹ ਦੱਸੋ। ਜੇ ਇਕੱਲੇ ਫੈਸਲੇ ਮੁੱਖ ਮੰਤਰੀ ਨੇ ਕਰਨੇ ਆ ਤਾਂ ਫਿਰ ਉਹ ਕਰ ਲੈਣ, ਸਾਥੋਂ ਕੀ ਕਰਾਉਣਾ। ਫਿਰ 17 ਕਾਹਨੂੰ ਬਣਾਇਆ ਸਾਡੇ ਨਾਲ, ਸਾਥੋਂ ਕੀ ਕਰਾਉਣਾ। ਫਿਰ ਇਕੱਲਾ ਮੁੱਖ ਮੰਤਰੀ, ਫਿਰ ਤਾਂ ਗਵਰਨਰ ਚਾਹੀਦਾ। ਤੇ ਜੇ ਅਸੀਂ ਹੈਗੇ ਨਾਲ ਰਾਏ ਦੇਣਾ ਸਾਡਾ ਕੰਮ ਹੈ, ਗਾਂ ਜੋ ਮਰਜ਼ੀ ਕਰੇ, ਮੁੱਖ ਮੰਤਰੀ ਦੀ ਮਰਜ਼ੀ ਹੈ, ਫਿਰ ਅਸੀਂ ਮੰਨਾਂਗੇ ਮੁੱਖ ਮੰਤਰੀ ਦਾ ਹੁਕਮ, ਜੋ ਪ੍ਰਧਾਨ ਹੁਕਮ ਮੁੱਖ ਮੰਤਰੀ ਜੀ ਦੇਣਗੇ ਅਸੀਂ ਅੰਗੂਠਾ ਲਾਵਾਂਗੇ। ਪਰ ਰਾਏ ਦੇਣੀ ਤਾਂ ਚੰਗੀ ਗੱਲ ਹੈਗੀ, ਮੈਂ ਰਾਏ ਦਿੱਤੀ ਹੈ, ਤਾਂ ਦਿੱਤੀ ਹੈ ਕਿ ਅਸੀਂ ਇਹ ਗੱਲ ਪਹਿਲਾਂ ਕੀਤੀ ਸੀ, ਕੱਲ੍ਹ ਨੂੰ ਪੁੱਛਣਗੇ ਅਖਬਾਰਾਂ ਵਾਲੇ। ਤੇ ਨਹੀਂ ਯਾਰ ਕਦੇ ਨਹੀਂ ਐਂ ਕਰਨਾ ਚਾਹੀਦਾ। ਮੈਂ ਕਿਹਾ ਮੈਂ ਤਾਂ ਕਰਤਾ ਯਾਰ, ਤੁਸੀਂ ਜੋ ਕਰਨਾ, ਮੈਂ ਤਾਂ ਗਲਤ ਗੱਲ ਤੇ ਮੈਂ ਤਾਂ ਕਹੂੰਗਾ, ਗਾਂ ਜੋ ਪਾਰਟੀ ਦਾ ਹੁਕਮ ਹੋਊਗਾ ਉਹ ਮੰਨੂਗਾ। ਮੁੜ ਕੇ ਉਹ ਸਵਾਲ ਆ ਗਿਆ, ਆਉਣਾ ਹੀ ਸੀ ਅਸੈਂਬਲੀ 'ਚ ਆ ਗਿਆ ਏਜੰਡਾ, ਪਾਸ ਕਰਨਾ ਪੈਂਦਾ, ਕਾਨੂੰਨ ਬਣਾਉਣਾ। ਸੱਚ ਮੈਂ ਉੱਠ ਗਿਆ ਅਮਰੀਕਾ, ਮੇਰੇ ਬਾਅਦ ਅਫਸਰਾਂ ਨੇ ਪਾਸ ਕਰਾਤਾ ਉਹ, ਫਿਰ ਪਾਸ ਕਰਾਤਾ ਉਹ, ਫਿਰ ਉਹ ਆ ਗਿਆ ਅਸੈਂਬਲੀ ਦੇ ਵਿੱਚ। ਅਸੈਂਬਲੀ ਦੇ ਵਿੱਚ ਲੱਗ ਗਏ ਕਾਂਗਰਸੀ ਰੌਲਾ ਪਾਉਣੇ, ਗਲਤ ਹੈ, ਧੱਕਾ ਹੈ, ਫਲਾਨਾ, ਐਂ ਕਰ ਦਿਆਂਗੇ, ਵਾਹ ਕਰ ਦਿਆਂਗੇ, ਨਹੀਂ ਵੰਡ ਦੇਵਾਂਗੇ। ਮੈਂ ਸਪੀਕਰ ਨੂੰ ਆਖਿਆ ਮੈਨੂੰ ਵੀ 2 ਮਿੰਟ ਦੇ ਦੇ, ਤੂੰ ਜਿੱਥੇ ਇਹ ਬੋਲਦੇ ਮੈਨੂੰ ਵੀ ਦੇ ਦੇ 2 ਮਿੰਟ। ਹੁਣ ਮੈਨੂੰ ਉਹਨੇ ਟਾਈਮ ਦੇਣਾ ਹੀ ਸੀ, ਦੇਤਾ। ਸਰਕਾਰੀ ਅਸੀਂ ਤਾਂ ਸਰਕਾਰੀ ਪਾਰਟੀ ਸੀ। ਮੈਂ ਆਖਿਆ ਯਾਰ ਤੁਸੀਂ ਵੀ ਝੂਠੇ ਤੇ ਅਸੀਂ ਵੀ ਝੂਠੇ ਹਾਂ। ਮੈਂ ਅਸੈਂਬਲੀ 'ਚ ਕਹੀ ਗੱਲ ਵੀ ਤੁਸੀਂ ਵੀ ਝੂਠੇ, ਅਸੀਂ ਵੀ ਝੂਠੇ ਹਾਂ। ਕਹਿੰਦੇ ਅਸੀਂ ਕਿਵੇਂ ਝੂਠੇ ਹਾਂ। ਮੈਂ ਕਿਹਾ ਜਦੋਂ ਬੇਅੰਤ ਸਿੰਘ ਬਣਾਉਂਦਾ ਸੀ ਚੰਡੀਗੜ੍ਹ, ਉਦੋਂ ਖੰਡ ਪਾਈ ਸੀ ਇਹਦੇ 'ਚ, ਉਦੋਂ ਤੁਸੀਂ ਬੜੀਆਂ ਤਾੜੀਆਂ ਮਾਰਦੇ ਸੀ, ਬਹੁਤ ਚੰਗਾ ਕੰਮ ਹੈ। ਉਦੋਂ ਅਸੀਂ ਕਹਿੰਦੇ ਸੀ ਇਹ ਮਾੜਾ ਕੰਮ ਹੈ। ਅਸੀਂ ਤਾਂ ਝੂਠਿਆਂ, ਜੇ ਚੰਗਾ ਸੀ ਤਾਂ ਅੱਜ ਅਸੀਂ ਕਹਿੰਦੇ ਚੰਗਾ, ਜੇ ਚੰਗਾ ਸੀ ਤਾਂ ਅਸੀਂ ਉਦੋਂ ਕਿਉਂ ਵਿਰੋਧ ਕੀਤਾ, ਉਦੋਂ ਬਣ ਲੈਣ ਦਿੰਦੇ ਚੰਗਾ ਕੰਮ, ਫਿਰ ਕਿਉਂ ਹਟਾਇਆ ਸੀ। ਅਸੀਂ ਤਾਂ ਝੂਠੇ ਹਾਂ, ਤੁਸੀਂ ਤਾਂ ਝੂਠੇ, ਤੁਸੀਂ ਉਦੋਂ ਬਣਾਉਂਦੇ ਸੀ, ਹੁਣ ਕਿਵੇਂ ਮੁਕਰਦੇ ਹੋ ਤੁਸੀਂ ਵੀ ਮਾੜਾ। ਫਿਰ ਕਹਿੰਦੇ ਹੋਰ ਕੀ ਕਰੀਏ, ਸਾਨੂੰ ਰੌਲਾ ਤਾਂ ਪਾਉਣਾ ਹੀ ਪਊਗਾ, ਹੋਰ ਕੀ ਕਰੀਏ, ਹੋਰ ਸਾਡੇ ਕੋਲ ਕੀ ਚਾਰਾ ਹੈ। ਮੈਂ ਕਿਹਾ ਰੱਬ ਦਾ ਭਾਣਾ ਮੰਨੋ, ਹੋਰ ਕੀ ਕਰਨਾ। ਆਹ 2 ਬੈਠੇ ਆ ਬਹੁਜਨ ਵਾਲੇ ਤੇ ਕਾਮਰੇਡ, 2 ਬਹੁਜਨ ਵਾਲੇ 2 ਕਾਮਰੇਡ ਆ, ਇਹ ਬੋਲ ਸਕਦੇ ਆ। ਇਹਨਾਂ ਦਾ ਰਾਜ ਨਹੀਂ ਆਇਆ ਵਿਚਾਰਿਆਂ ਦਾ, ਨਾ ਇਹਨਾਂ ਦੀ ਗੱਲ ਹੈ, ਇਹ ਬੋਲ ਸਕਦੇ ਆ ਜੋ ਮਰਜ਼ੀ। ਆਪਾਂ ਨਹੀਂ ਦੋਨੇ ਬੋਲ ਸਕਦੇ, ਆਪਾਂ ਤਾਂ ਦੋਨੇ ਇਸ ਗੱਲ 'ਚ ਦੋਸ਼ੀ ਹੈਗੇ ਆ। ਸੋ ਐਂ ਵੀ ਸੱਚੀਆਂ ਗੱਲਾਂ ਪਾਰਟੀ ਦੇ ਵਿੱਚ ਕਹਿ ਦੇਣੀਆਂ ਚਾਹੀਦੀਆਂ। ਫਿਰ ਜੋ ਪਾਰਟੀ ਦੀ ਬਹੁਤ ਸੰਮਤੀ ਕਹਿੰਦੀ ਹੈ ਜਾਂ ਪ੍ਰਧਾਨ ਕੋਈ ਜ਼ਰੂਰੀ ਕਹਿੰਦਾ, ਫਿਰ ਮੰਨ ਲਓ ਸਾਰੀਆਂ ਗੱਲਾਂ। ਆਪਦੇ ਰਾਇ ਜ਼ਰੂਰ ਦਿਓ ਖੁੱਲ੍ਹ ਕੇ, ਜਿੱਥੇ ਕੋਈ ਲੱਗਦਾ ਆਪਦੇ ਮਨ ਨੂੰ ਕਿ ਪਾਰਟੀ ਦਾ ਨੁਕਸਾਨ ਹੋ ਸਕਦਾ ਜਾਂ ਇਹਦੇ ਨਾਲ ਪਾਰਟੀ। ਪਰ ਹੁਣ ਕੀ ਸਿਕੰਦਰ ਸਿੰਘ ਮਲੂਕਾ ਰਾਏ ਦੇ ਰਹੇ ਨੇ, ਕਿਉਂਕਿ ਬਹੁਤ ਲੋਕ ਕਹਿੰਦੇ ਨੇ ਜਿਹੜੇ ਪੋਲੀਟੀਕਲ
ਐਨਾਲਿਸਟ ਕਰਦੇ ਨੇ, ਚਿੰਤਕ ਨੇ, ਪੋਲੀਟੀਕਲ ਮਾਹਰ, ਉਹ ਕਹਿੰਦੇ ਵੀ ਅਕਾਲੀ ਦਲ ਦੀ ਸਥਿਤੀ ਬਹੁਤ ਖਰਾਬ ਆ, ਜਿਹੜੀ ਸੋਚੀ ਨਹੀਂ ਸੀ, ਉਹ ਵੀ ਸਿਰਫ ਪਰਿਵਾਰਵਾਦ ਕਰਕੇ। ਨਹੀਂ, ਅਕਾਲੀ ਦਲ ਦੀ ਸਥਿਤੀ ਮੈਂ ਪਹਿਲਾਂ ਵੀ ਦੱਸਿਆ ਵੀ 99 ਚ ਇਦੋਂ ਵੀ ਖਰਾਬ ਸੀ। ਜਵਾਨਤਾਂ ਜਬਤਾਂ ਨਹੀਂ ਸਾਡੀਆਂ ਹੋਈਆਂ ਕੀ ਇੰਨੀਆਂ, ਜਦੋਂ ਉਦੋਂ ਤਾਂ ਸਾਰਿਆਂ ਦੀਆਂ ਹੋ ਗਈਆਂ ਸੀ, ਤੇ ਉਦੋਂ ਫਿਰ ਬਸ 99। ਪਰ ਉਦੋਂ ਲੋਕ ਇਹ ਵੀ ਕਹਿੰਦੇ ਉਦੋਂ ਇੱਕ ਪਰਿਵਾਰ ਪਾਰਟੀ ਨਹੀਂ ਚਲਾਉਂਦਾ। 796 ਨਹੀਂ, ਪਾਰਟੀ ਹੁਣ ਵੀ ਪਰਿਵਾਰ ਨਹੀਂ ਚਲਾਉਂਦਾ, ਹੁਣ ਵੀ ਰਲ ਕੇ ਚਲਾਉਂਦੇ ਆ, ਕੋਰ ਕਮੇਟੀ। ਫਿਰ ਮਲੂਕਾ ਸਾਹਿਬ ਜਿਹੜਾ ਇਹ ਦਾਗ ਲੱਗ ਗਿਆ, ਇਹਨੂੰ ਧੋਓਗੇ ਕਿਵੇਂ? ਕਿਹੜਾ ਦਾ? ਹਰ ਇੱਕ ਬੰਦਾ ਕਹਿੰਦਾ ਕਿ ਪਰਿਵਾਰ ਪਰਿਵਾਰ ਇੱਕ ਪਤਾ ਕੀ ਆ, ਜਿਹੜਾ ਤਕੜਾ ਹੁੰਦਾ ਉਹ ਤੋਂ ਡਰਦੇ ਹੁੰਦੇ ਆ ਸਾਰੇ, ਵੀ ਇਹਨੂੰ ਪਾਸੇ ਕਰ ਦਿਓ ਫਿਰ ਖਿੱਲਰ ਜਾਣਗੇ ਆਪੇ ਸਾਰੇ। ਇਹ ਕਿਹੜਾ ਮੇਨ ਹਮੇਸ਼ਾ ਹੀ ਇੰਦਰਾ ਗਾਂਧੀ ਪਰਿਵਾਰ ਤੇ ਨਹੀਂ ਚੱਲ ਰਹੀ, ਉਹਦੇ ਤੇ ਵੀ ਚੱਲ ਰਹੀ ਹੈ ਗੱਲ। ਥੋੜਾ ਮੋਦੀ ਛੜਾ ਕਰਕੇ ਬਚਿਆ ਹੋਇਆ, ਜੇ ਇੱਥੇ ਬੀਜੇਪੀ ਵਾਲਾ ਕੋਈ ਆ ਗਿਆ ਉੱਥੇ ਵੀ ਚੱਲੂਗੀ ਗੱਲ। ਇਹ ਹਲੇ ਕਿਉਂਕਿ ਇਹਦੇ ਤਾਂ ਵਿਚਾਰੇ ਦੇ ਹੈ ਨਹੀਂ ਕੁਛ, ਨਾ ਪੁੱਤ ਨਾ ਧੀ ਨਾ ਨੂੰਹ, ਨਾ ਕੋਈ ਨਾ ਨੂੰਹ ਲਿਆਉਣੀ ਹੈ ਨਾ ਧੀ ਤੋਰਨੀ ਹੈ। ਮੌਜੀ ਆ ਉਹ ਠੀਕ ਹੈ ਬੰਦਾ, ਮੈਂ ਪ੍ਰਾਈਮ ਮਿਨਿਸਟਰ ਦਾ ਮੈਂ ਪ੍ਰਸ਼ੰਸਕ ਅੱਜ ਵੀ, ਭਾਵੇਂ ਸਾਡੀ ਉਹਨਾਂ ਨਾਲ ਬਣਦੀ ਨਹੀਂ, ਪਰ ਮੈਂ ਅੱਜ ਵੀ ਪ੍ਰਸ਼ੰਸਕ ਹਾਂ ਮੋਦੀ ਦੇ ਕੰਮਾਂ ਦੇ। ਹੋਰ ਸਾਰੇ ਅੱਛੇ ਕੰਮ ਕਰ ਰਿਹਾ ਦੇਸ਼ ਵਾਸਤੇ, ਮੈਨੂੰ ਕਹਿਣ ਦੇ ਵਿੱਚ ਕੋਈ ਲੁਕ ਰਿਪੀਟੀ ਨਹੀਂ ਹੈਗੀ ਹੈ। ਪਰ ਉਹਨਾਂ ਦਾ ਹਲੇ ਉਹ ਕਹਿ ਸਕਦੇ ਇਕੱਲੇ, ਬਾਕੀ ਤਾਂ ਕੋਈ ਪਾਰਟੀ ਮੈਨੂੰ ਦੱਸੋ ਕਿਹੜੀ ਹੈ ਬਿਨਾਂ ਪਰਿਵਾਰਵਾਦ ਤੋਂ? ਮੁਲਾਇਮ ਦੀ ਪਾਰਟੀ, ਅਖਿਲੇਸ਼ ਹੋਰਾਂ ਦੀ ਬਿਨਾਂ, ਤਾਮਿਲਨਾਡੂ ਵਾਲੀ ਬਿਨਾਂ, ਉੜੀਸਾ ਵਾਲੀ ਬਿਨਾਂ, ਕੋਈ ਪਾਰਟੀ ਦੱਸ ਦਿਓ। ਪਰ ਜ਼ਰੂਰੀ ਤਾਂ ਨਹੀਂ ਵੀ ਆਪਾਂ ਵੀ ਕਾਪੀ ਕਰਨਾ ਉਹਨਾਂ ਨੂੰ। ਨਹੀਂ, ਮੈਂ ਕਾਪੀ ਨਹੀਂ ਕਰ ਰਿਹਾ, ਸਾਡੀ ਤਾਂ ਡੈਮੋਕ੍ਰੇਸੀ ਆ, ਕਾਪੀ ਨਹੀਂ ਕਰਦੇ ਅਸੀਂ। ਮੈਂ ਕਹਿ ਤਾਂ ਦਿੱਤਾ ਤੁਹਾਨੂੰ ਵੀ ਡੈਲੀਗੇਟ ਇਜਲਾਸ, ਕੋਰ ਕਮੇਟੀ, ਦੋ ਕੋਲੇ ਪਾਵਰ ਹੈ ਪ੍ਰਧਾਨ ਨੂੰ ਲਾਉਣ ਦੀ, ਤੇ ਬੁਲਾ ਲੈਣਾ ਇਜਲਾਸ। ਜਿਹੜੇ ਕਹਿੰਦੇ ਨਹੀਂ ਪਰਿਵਾਰਵਾਦ ਠੀਕ ਨਹੀਂ ਹੈਗਾ ਜਾਂ ਸੁਖਵੀਰ ਠੀਕ ਨਹੀਂ ਹੈਗਾ, ਉਹ ਬੁਲਾ ਲੈਣਾ ਇਜਲਾਸ, ਬੁਲਾ ਕੇ ਮਤਾ ਪਾ ਦੇਣ, ਲਾ ਦੇਣਾ ਸੁਖਵੀਰ ਨੂੰ। ਕੋਈ ਠਾਉਂਦਾ ਉਹ ਡੈਮੋਕ੍ਰੇਸੀ ਢੰਗ ਤਾਂ ਅਪਣਾਉਣਾ ਹੀ ਪਊਗਾ ਨਾ। ਜੇ ਜ਼ਿਆਦਾ ਲੋਕ ਉਹਦੇ ਨਾਲ ਆ ਤੇ ਫਿਰ ਆਪਾਂ ਧੱਕਾ ਤਾਂ ਨਹੀਂ ਨਾ ਕਰ ਸਕਦੇ ਕਿਤੇ ਵੀ। ਜੀ ਮਲੂਕਾ ਸਾਹਿਬ, ਸਮਾਂ ਦਿੱਤਾ ਤੁਸੀਂ, ਤੁਹਾਡਾ ਬਹੁਤ ਤੁਹਾਡਾ ਵੀ ਧਾਲੀਵਾਲ ਸਾਹਿਬ ਬਹੁਤ ਮਿਹਰਬਾਨੀ ਤੁਹਾਡੇ। ਸਾਰੇ ਆਪਾਂ ਗੱਲਾਂ ਬਾਤਾਂ ਕੀਤੀਆਂ, ਲੋਕਾਂ ਜਾਣਗੇ। ਦੁਬਾਰਾ ਫਿਰ ਮੇਰਾ ਬੀਬੀ ਜੰਗੀਰ ਕੌਰ ਨੂੰ ਹੈਗਾ ਕਿ ਜਾਂ ਤਾਂ ਇਹਨੂੰ ਆਪਦੀ ਕਲੈਰੀਫਿਕੇਸ਼ਨ ਕਰ, ਨਹੀਂ ਤਾਂ ਫਿਰ ਕਚਹਿਰੀਆਂ 'ਚ ਭੁਗਤਣ ਲਈ ਤਿਆਰ ਹੈ। ਜੀ ਧੰਨਵਾਦ।